ਸਾਂਝਾ ਪੰਜਾਬ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਬੌਬ ਦਸਾਂਝ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸਾਂਝਾ ਪੰਜਾਬ ਟੀਵੀ ਹਫ਼ਤੇ 7 ਦਿਨ 24 ਘੰਟੇ ਤੁਸੀਂ ਦੇਖਦੇ ਹੋ IPTV ਦੇ ਉੱਪਰ। ਵਿਜ਼ਨ TV ਤੇ ਸਾਂਝਾ ਪੰਜਾਬ ਤੁਹਾਡੇ ਅਸੀਂ ਪੇਸ਼ ਕਰਦੇ ਹਾਂ ਹਰੇਕ ਸੈਚਰਡੇ 11 ਤੋਂ ਲੈ ਕੇ 12 ਵਜੇ ਤੱਕ। ਸਾਂਝਾ ਪੰਜਾਬ ਰੇਡੀਓ ਵੀਕਐਂਡ ਤੇ 1430 AM ਤੇ ਪੇਸ਼ ਕਰਦੇ ਹਾਂ। ਸੈਚਰਡੇ ਸਵੇਰੇ 10 ਤੋਂ 11 ਤੇ ਸੰਡੇ ਨੂੰ 10 ਤੋਂ ਲੈ ਕੇ 12 ਵਜੇ ਤੱਕ। ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ, ਨੰਬਰਾਂ ਸਟੂਡੀਓ ਦੇ 9054584444 905 458 44 ਜਾਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੁੰਦੀ ਤਾਂ 416419 7777 416 419 7777। ਅਸੀਂ ਸਾਂਝਾ ਪੰਜਾਬ ਦੇ ਉੱਤੇ ਹਰ ਵੇਲੇ ਤੁਹਾਡੇ ਵਾਸਤੇ ਇੰਟਰਵਿਊ ਲੈ ਕੇ ਆਉਂਦੇ ਹਾਂ ਜਸਵੀਰ ਸਿੰਘ ਹੁੰਦਲ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ। ਅਗਰ ਤੁਹਾਡੇ ਸਿਰ ਕਰਜ਼ਾ ਚੜ੍ਹ ਗਿਆ, ਕਰਜ਼ਾ ਕਿੱਦਾਂ ਮਾਫ ਹੋ ਸਕਦਾ, ਕੁਝ ਗੱਲਾਂ ਬਾਤਾਂ ਅਸੀਂ ਜਸਵੀਰ ਸਿੰਘ ਹੁੰਦਲ ਹੋਣਾ ਦੇ ਨਾਲ ਕਰਦੇ ਹਾਂ। ਹੁੰਦਲ ਸਾਹਿਬ, ਸਾਂਝਾ ਪੰਜਾਬ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਵੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਕਈ ਵਾਰੀ ਵਿਅਕਤੀ ਇਹ ਸੋਚਦਾ ਕਿ ਮੈਂ ਮੰਥਲੀ ਪੇਮੈਂਟ ਜਿੰਨੀ ਕੁ ਆਉਂਦੀ ਆ ਦੇ ਜਾਂਦਾ ਹੈ ਨਾ, ਕਿ ਵੀਜ਼ੇ ਭਰੇ ਹੁੰਦੇ ਆ, ਅਤੇ ਕਿੰਨਾ ਕੁ ਚਿਰ ਲੋਕ ਮੰਥਲੀ ਪੇਮੈਂਟ ਦਿੰਦੇ ਨੇ। ਇੱਕ ਤਾਂ ਵੱਡੀ ਪ੍ਰੋਬਲਮ, ਇੱਕ ਤਾਂ ਸਿਹਤ ਉਹਨਾਂ ਦੀ ਠੀਕ ਨਹੀਂ ਹੋ ਸਕਦੀ, ਕਿਉਂ ਹਰ ਵੇਲੇ ਸਟਰੈਸ ਰਹਿੰਦੀ ਹੈ। ਤਾਂ ਜਿਹੜੇ ਵਿਅਕਤੀ ਕਈ ਸਾਲਾਂ ਤੋਂ ਮੰਥਲੀ ਪੇਮੈਂਟਾਂ ਦਿੰਦੇ ਆ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ? ਇਹਦੇ ਵਿੱਚ ਦੇਖੋ ਬਹੁਤ ਭਾਜੀ, ਗੱਲ ਇਹ ਆ ਕਿ ਕਈ ਵਾਰ ਭੈਣ ਭਰਾ ਇਹ ਸੋਚਦੇ ਨੇ ਕਿ ਅਸੀਂ ਪੇਮੈਂਟਾਂ ਦੇਈ ਜਾਂਦੇ ਹਾਂ, ਪਰ ਕਿੰਨਾ ਕੁ ਚਿਰ ਪੇਮੈਂਟਾਂ ਕਰੀ ਜਾਣਗੇ। ਜੀ, ਡੈਫੀਨੇਟਲੀ ਪੇਮੈਂਟ ਕਰਨੀ ਚਾਹੀਦੀ ਆ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਇਹ ਕਰਜ਼ੇ ਉਹਨਾਂ ਨੇ ਉਤਾਰ ਦੇਣੇ ਨੇ, ਉਹਨਾਂ ਕੋਲ ਸਾਈਡ ਤੇ ਐਸਟ ਪਏ ਨੇ, ਉਹ ਐਸਟ ਵੇਚ ਕੇ ਉਹਨਾਂ ਨੇ ਪੈਸੇ ਉਤਾਰ ਦੇਣੇ ਨੇ, ਜਾਂ ਉਹਨਾਂ ਨੂੰ ਆਸ ਹੋਵੇ ਕਿ ਉਹਨਾਂ ਨੂੰ ਕਿਤੇੋਂ ਪੈਸੇ ਆ ਜਾਣੇ ਨੇ 5-4 ਮਹੀਨੇ 6 ਮਹੀਨੇ ਦੇ ਵਿੱਚ ਉਹਨਾਂ ਨੇ ਇਹ ਕਰਜ਼ੇ ਉਤਰ ਜਾਣੇ ਨੇ। ਜੀ, ਕਿਸੇ ਕੋਲ ਘਰ ਹੋਵੇ, ਉਹਦੇ ਵਿੱਚ ਇੰਨੀ ਕੈਕੁਟੀ ਹੋਵੇ ਕਿ ਉਹਨੂੰ ਲੱਗਦਾ ਹੋਵੇ ਕਿ ਉਹ ਘਰ ਨੂੰ ਰੀਫਾਈਨੈਂਸ ਕਰਾ ਕੇ ਪੈਸੇ ਉਤਾਰੇ ਜਾ ਸਕਦੇ ਨੇ। ਜੀ, ਬੈਕ ਹੋਮ ਤੋਂ ਪੈਸੇ ਆਉਣ ਦੀ ਆਸ ਹੋਵੇ। ਜੇ ਕੋਈ ਭੈਣ ਭਰਾ ਇਹ ਸੋਚਦਾ ਕਿ ਮੇਰੀ ਇੰਨੀ ਇਨਕਮ ਵੱਧ ਜੂਗੀ ਤੇ ਮੈਂ ਇਨਕਮ ਦੇ ਵਿੱਚੋਂ ਹੀ ਪੈਸੇ ਉਤਾਰ ਦੂੰਗਾ, ਵੀ ਇਹਨਾਂ ਮੁਲਕਾਂ ਦੇ ਵਿੱਚ ਇੰਨੀ ਇਨਕਮ ਇਨਕਰੀਜ਼ ਨਹੀਂ ਹੁੰਦੀ ਸਾਲਾਨਾ। ਜੀ, ਜੇ ਸਾਲਾਨਾ ਇਨਕਮ ਤੁਹਾਡੀ ਵੱਧਦੀ ਵੀ ਆ 2 ਤੋਂ 3% ਵੱਧਦੀ ਆ, ਤੇ ਜਿਹੜਾ ਵਿਆਜ ਆ ਉਹਦਾ ਉਹ 20 ਤੋਂ 25% ਪੈ ਰਿਹਾ। ਜੀ, ਜੇ ਕਿਸੇ ਭੈਣ ਭਰਾ ਨੂੰ ਲੱਗਦਾ ਕਿ ਉਹਨੇ ਇਹ ਕਰਜ਼ੇ ਮੈਨੇਜ ਕਰ ਲੈਣੇ ਨੇ ਤਾਂ ਡੈਫੀਨੇਟਲੀ ਉਹ ਕਰਜ਼ੇ ਮੈਨੇਜ ਕਰਨੇ ਚਾਹੀਦੇ ਨੇ। ਪਰ ਜੇ ਕਿਸੇ ਭੈਣ ਭਰਾ ਕੋਲ ਇਹ ਆਪਸ਼ਨ ਹੀ ਹੈ ਨਹੀਂ ਕਿ ਪੈਸੇ ਆਉਣੇ ਕਿੱਥੋਂ ਨੇ, ਇਹ ਪੈਸੇ ਉਤਾਰਨੇ ਕਿਵੇਂ ਨੇ, ਤੇ ਫਿਰ ਉਹਨਾਂ ਭੈਣ ਭਰਾਵਾਂ ਨੂੰ ਚਾਹੀਦਾ, ਜੇ ਸਰਕਾਰ ਨੇ ਕਾਨੂੰਨ ਬਣਾਇਆ ਤੇ ਉਸ ਕਾਨੂੰਨ ਦਾ ਸਹਾਰਾ ਲੈ ਕੇ ਉਹ ਪੁਰਾਣੇ ਕਰਜ਼ੇ ਮਾਫ ਕਰਵਾ ਕੇ ਨਵੇਂ ਸਿਰਿਓਂ ਫਰੈਸ਼ ਸਟਾਰਟ ਲੈ ਲੈਣਾ ਚਾਹੀਦਾ। ਕਿਹੜੇ ਕਰਜ਼ੇ ਜਿਹੜੇ ਉਹ ਮਾਫ ਹੋ ਸਕਦੇ? ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ, ਉਹ ਕਰਜ਼ੇ ਪਰਸਨਲ ਹੋਣ, ਕਰਜ਼ੇ ਬਿਜ਼ਨਸ ਦੇ ਹੋਣ। ਓਕੇ। ਉਸ ਦੇ ਵਿੱਚ ਰੈਵਨਿਊ ਕ੍ਰੈਡਿਟਾਂ ਨੂੰ ਵੀ ਅਨਸਿਕਿਉਰਡ ਕਰਜ਼ਿਆਂ ਦੇ ਵਿੱਚ ਰੱਖਿਆ ਗਿਆ ਵਾ। ਓਕੇ। ਉਹ ਤੁਹਾਡੇ ਪਰਸਨਲ ਟੈਕਸ ਦੇ ਕਰਜ਼ੇ ਹੋ ਸਕਦੇ ਆ, ਬਿਜ਼ਨਸ ਦੇ ਪੈਸੇ ਦੇਣ ਵਾਲੇ ਹੋ ਸਕਦੇ ਆ, HST ਪੇਰੋਲ ਡਿਡਕਸ਼ਨ ਦੇ ਹੋ ਸਕਦੇ ਆ। ਇਸ ਤੋਂ ਇਲਾਵਾ ਵੀਜ਼ੇ ਕਾਰਡ, ਲਾਈਨ ਆਫ ਕ੍ਰੈਡਿਟ, ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਦਾ, ਤੁਸੀਂ ਤੁਹਾਡੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਫਾਈਨੈਂਸ਼ੀਅਲ ਅਦਾਰੇ ਦੀ, ਪ੍ਰਾਈਵੇਟ ਹੋ ਸਕਦੀ ਹੈ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਹੈ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਅਨਸਿਕਿਉਰਡ ਕਰਜ਼ਾ ਉਹ ਇਸ ਪ੍ਰੋਗਰਾਮ ਦੇ ਤਹਿਤ ਮਾਫ ਕਰਵਾਇਆ ਜਾ ਸਕਦਾ। ਗਾਹੇ ਵਗਾਹੇ ਹੁੰਦਲ ਸਾਹਿਬ, ਆਮ ਹੀ ਗੱਲ ਹੁੰਦੀ ਆ, ਜੇ ਕਰਜ਼ੇ ਮਾਫ ਕਰਾਉਣੇ ਆ ਤਾਂ ਤੁਹਾਨੂੰ ਬੈਂਕਰਪਸੀ ਕਰਨੀ ਪੈਂਦੀ ਆ, ਉੱਦਾਂ ਨਹੀਂ ਹੋ ਸਕਦਾ, TV ਤੇ ਤੁਸੀਂ ਦੇਖਦੇ ਹੋ ਇੱਦਾਂ ਨਹੀਂ ਹੈ, ਇੱਦਾਂ ਹੈ। ਕੀ ਕਿਸੇ ਵਿਅਕਤੀ ਨੇ ਆਪਣਾ ਕਰਜ਼ਾ ਮਾਫ ਕਰਾਉਣਾ, ਉਹਨੂੰ ਬੈਂਕਰਪਸੀ ਕਰਨੀ ਪੈਂਦੀ? ਹਾਂ, ਬਿਲਕੁਲ ਜ਼ਰੂਰੀ ਨਹੀਂ ਜੀ ਬੈਂਕਰਪਸੀ ਕਰਨੀ। ਬੈਂਕਰਪਸੀ ਕਰਨ ਤੋਂ ਬਿਨਾਂ ਵੀ ਕਰਜ਼ਾ ਮਾਫ ਕਰਵਾਇਆ ਜਾ ਸਕਦਾ। ਇਸ ਪ੍ਰੋਗਰਾਮ ਦੇ ਤਹਿਤ $1000 ਤੋਂ ਲੈ ਕੇ $2.5 ਲੱਖ ਤੱਕ ਦਾ ਜਿਹੜਾ ਕਰਜ਼ਾ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ ਹੋ ਸਕਦਾ ਜੀ। 75% ਤੱਕ ਉਹਦੇ ਵਿੱਚ ਕਰਜ਼ਾ ਮਾਫ ਹੋ ਸਕਦਾ। ਜਿਹੜਾ 25% ਬਚਦਾ ਉਸ ਨੂੰ 5 ਸਾਲਾਂ ਦੀਆਂ ਬਿਨਾਂ ਵਿਆਜ ਤੋਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਤੇ ਕੈਨੇਡੀਅਨ ਕਾਨੂੰਨ ਆ ਜੀ, ਜਿਸ ਕਾਨੂੰਨ ਦੇ ਤਹਿਤ ਇਹ ਕਰਜ਼ਾ ਮਾਫ ਹੁੰਦਾ, ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ ਆ, ਉਸ ਐਕਟ ਦੇ ਅਧੀਨ ਇਹ ਜਿਹੜਾ ਪ੍ਰੋਗਰਾਮ ਮੁਹੱਈਆ ਹੁੰਦਾ ਜੀ। ਬਹੁਤ ਸਾਰੇ ਲੋਕ ਵੀ ਇਹ ਸੋਚਦੇ ਨੇ ਕਿ ਜੇ ਅਸੀਂ ਇੱਕ ਵਾਰੀ ਕਰਜ਼ਾ ਮਾਫ ਕਰਾ ਲਿਆ ਤਾਂ ਫਿਰ ਸਾਨੂੰ ਬਾਅਦ ਦੇ ਵਿੱਚ ਜੇ ਮੌਰਗੇਜ ਚਾਹੀਦੀ ਆ, ਜੇ ਕ੍ਰੈਡਿਟ ਕਾਰਡ ਚਾਹੀਦਾ, ਉਹ ਸਾਨੂੰ ਮਿਲਣਾ ਨਹੀਂ। ਹਾਂ, ਐਕਚੁਅਲੀ ਜੀ ਲੈਕ ਆਫ ਨੌਲੇਜ ਆ। ਕਈ ਵਾਰ ਲੋਕ ਇਹੋ ਜਿਹੇ ਲੋਕਾਂ ਕੋਲ ਸਲਾਹ ਲੈ ਲੈਂਦੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਪਤਾ ਨਹੀਂ ਹੁੰਦਾ। ਜੀ। ਤੁਸੀਂ ਭਾਵੇਂ ਬੈਂਕਰਪਸੀ ਕਰਦੇ ਹੋ ਕੈਨੇਡਾ ਦੇ ਵਿੱਚ, ਭਾਵੇਂ ਤੁਸੀਂ ਆਪਣੇ ਕੰਜ਼ਿਊਮਰ ਪ੍ਰਪੋਜ਼ਲ ਦੇ ਅਧੀਨ ਕਰਜ਼ਾ ਮਾਫ ਕਰਾਉਂਦੇ ਹੋ, ਤੁਸੀਂ ਆਪਣਾ ਪਰਸਨਲ ਅਕਾਊਂਟ ਕਿਸੇ ਵੀ ਬੈਂਕ ਦੇ ਵਿੱਚ ਖੋਲ੍ਹ ਸਕਦੇ ਹੋ। ਤੁਸੀਂ ਬੈਂਕਰਪਸੀ ਕਰਨ ਤੋਂ ਬਾਅਦ ਜਾਂ ਕਰਜ਼ਾ ਮਾਫ ਕਰਨ ਤੋਂ ਬਾਅਦ ਸਿਕਿਉਰਡ ਵੀਜ਼ਾ ਕਾਰਡ ਲੈ ਕੇ ਆਪਣਾ ਕ੍ਰੈਡਿਟ ਰੀਐਸਟੈਬਲਿਸ਼ ਕਰ ਸਕਦੇ ਹੋ। ਉਹਦੇ ਉੱਤੇ ਕੋਈ ਪਾਬੰਦੀ ਨਹੀਂ ਗੀ। ਓਕੇ। ਬੈਂਕਾਂ ਦੀ ਰਿਕੁਆਇਰਮੈਂਟ ਆ ਕਿ ਤੁਹਾਡਾ 2 ਸਾਲ ਦਾ ਕ੍ਰੈਡਿਟ ਬਣਿਆ ਹੋਵੇ
ਤੋਂ 2 ਸਾਲ ਪੁਰਾਣਾ ਕ੍ਰੈਡਿਟ ਕਾਰਡ ਹੋਣ, $2500 ਉਹਨਾਂ ਦੀ ਲਿਮਟ ਹੋਵੇ ਘੱਟੋ ਘੱਟ, ਤੇ 2 ਸਾਲ ਤੋਂ ਗੁੱਡ ਸਟੈਂਡਿੰਗ ਦੇ ਵਿੱਚ ਹੋਣ ਤੇ ਤੁਹਾਡਾ ਕ੍ਰੈਡਿਟ ਜਿਹੜਾ ਐਸਟੈਬਲਿਸ਼ ਹੋਇਆ ਮੰਨਿਆ ਜਾਂਦਾ। ਹੁਣ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਸਾਂਝਾ ਬਿਜ਼ਨਸ ਸ਼ੁਰੂ ਕੀਤਾ ਜੀ। ਉਹ ਦੇਖਿਆ ਵੀ ਹੁਣ ਬਿਜ਼ਨਸ ਤਾਂ ਚੱਲਦਾ ਨਹੀਂ, ਫਿਰ ਜਿਹੜਾ ਸਮਾਰਟ ਬੰਦਾ ਹੁੰਦਾ ਆਪਣੇ ਆਪ ਨੂੰ ਸਮਝਦਾ ਸਮਾਰਟ ਹੈ ਤੇ ਉਹ ਛੱਡ ਕੇ ਭੱਜ ਜਾਂਦਾ ਕਿ ਹੁਣ ਦੇਖੀ ਜਾਊਗੀ ਲੋਨ ਇਹਦੇ ਸਿਰ ਰਹੂਗਾ। ਜਿਹੜੇ 2 ਪਾਰਟਨਰ ਨੇ ਇਕੱਠੇ ਹੋ ਕੇ ਲੋਨ ਲਿਆ ਸੀ, ਇੱਕ ਪਾਰਟਨਰ ਛੱਡ ਕੇ ਭੱਜ ਗਿਆ ਤਾਂ ਕੀ ਫਿਰ ਦੂਸਰੇ ਪਾਰਟਨਰ ਨੂੰ ਲਾਇਬਿਲਿਟੀ ਉਹਦੀ ਪੂਰੀ ਹੁੰਦੀ ਹੈ ਜਾਂ ਉਹਨੇ ਆਪਣੇ ਹਿੱਸੇ ਦੇ ਪੇ ਕਰਨੇ? ਵੇਖੋ ਜੀ, ਕੈਨੇਡੀਅਨ ਕਾਨੂੰਨ ਮੁਤਾਬਕ ਜਿਹੜੀ ਲਾਇਬਿਲਿਟੀ ਆ ਉਹ 100% ਆ। Okay. ਜੇ ਕਿਸੇ ਵੀ ਭੈਣ ਭਰਾ ਨੇ ਸਪੋਜ਼ ਕਰੋ $1,00,000 ਦਾ ਲੋਨ ਲਿਆ, 2 ਪਾਰਟਨਰ ਨੇ ਜੀ, ਜੇ ਤਾਂ ਉਹਨਾਂ ਨੇ ਪੈਸੇ ਵੰਡਣੇ ਹੋਣ ਫਿਰ ਤਾਂ $50,000 ਆਉਂਦਾ। ਪਰ ਜੇ ਵਾਪਸ ਕਰਨੇ ਹੋਣ ਤਾਂ ਫਿਰ ਇੰਡੀਵਿਜੂਅਲ ਨੂੰ $1,00,000 ਦੇਣਾ ਪੈਣਾ, ਕਿਉਂਕਿ ਜੇ ਤਾਂ ਉਹ ਇਕੱਠਾ ਕਰ ਦੇਣਗੇ ਤੇ ਉਹਨਾਂ ਨੂੰ $1,00,000 ਹੀ ਵਾਪਸ ਕਰਨਾ ਪੈਣਾ। ਤੇ ਜੇ ਇੱਕ ਜਣਾ ਛੱਡ ਕੇ ਭੱਜ ਗਿਆ ਤੇ ਦੂਜਾ ਕਹਿੰਦਾ ਵੀ ਵੇਖੋ ਜੀ ਮੈਂ ਆਪਣੀ ਜਾਨ ਬਚਾਉਣੀ ਹੈ ਜੀ, ਮੈਂ ਪੈਸੇ ਉਤਾਰਨੇ ਨੇ, ਤੇ ਉਸ ਨੂੰ ਵੀ ਪੂਰੇ ਦਾ ਪੂਰਾ $1,00,000 ਹੀ ਵਾਪਸ ਕਰਨਾ ਪੈਣਾ। ਓਕੇ, ਕਿਉਂਕਿ ਲਾਇਬਿਲਿਟੀ 100% ਆ। ਕਈ ਵਾਰ ਆਮ ਲੋਕ ਸੋਚ ਲੈਂਦੇ ਨੇ ਵੇਖੋ ਜੀ ਸਾਡਾ ਅੱਧੇ ਆ, ਅਸੀਂ ਅੱਧੇ ਪੈਸੇ ਦੇ ਕੇ ਆਪਣਾ ਨਾਂ ਕੱਢ ਲਾਂਗੇ। ਜੀ, ਬਿਲਕੁਲ ਨਹੀਂ ਕੱਢਿਆ ਜਾ ਸਕਦਾ ਜੀ। ਵੀ ਜਦੋਂ ਕੋਈ ਵੀ ਚੀਜ਼ ਤੁਸੀਂ ਸਾਂਝੀ ਲੈਂਦੇ ਹੋ ਜਾਂ ਕਿਤੇ ਕੋ ਸਾਈਨਰ ਪੈਂਦੇ ਹੋ, ਕਿਤੇ ਗਰੰਟਰ ਪੈਂਦੇ ਹੋ, ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕੀ ਜਦੋਂ ਸਮਾਂ ਆਉਣ ਤੇ ਤੁਹਾਨੂੰ ਆਪਣਾ ਇਸ ਲੋਨ ਦੇ ਵਿੱਚੋਂ ਨਾਂ ਕੱਢਣ ਦਾ ਲੋੜ ਪਵੇ, ਕੀ ਤੁਹਾਡਾ ਨਾਂ ਨਿਕਲ ਸਕਦਾ ਕਿ ਨਹੀਂ ਨਿਕਲ ਸਕਦਾ। ਹੁਣ ਤੁਸੀਂ ਕੋ ਸਾਈਨਰ ਦੀ ਗੱਲ ਕੀਤੀ, ਕੋ ਸਾਈਨਰ ਕਿਸੇ ਲਈ ਕਰਦੇ ਆ ਤਾਂ ਤੁਹਾਡੇ ਸਿਰ ਦੇ ਉੱਤੇ ਕਿਹੜੀ ਕਿਹੜੀ ਜ਼ਿੰਮੇਵਾਰੀ ਆ ਸਕਦੀ? ਦੇਖੋ ਜੀ, ਜਿੰਨੀ ਮੇਨ ਐਪਲੀਕੈਂਟ ਦੀਆਂ ਜ਼ਿੰਮੇਵਾਰੀਆਂ ਨੇ ਓਕੇ, ਉਨੀਆਂ ਹੀ ਕੋ ਸਾਈਨਰ ਦੀਆਂ ਤੇ ਗਰੰਟਰ ਦੀਆਂ ਜ਼ਿੰਮੇਵਾਰੀਆਂ ਨੇ। ਓਕੇ, ਜੇ ਮੇਨ ਜਿਹੜਾ ਐਪਲੀਕੈਂਟ ਆ ਉਹ ਉਹਦੇ ਵਿੱਚ ਲੋਨ ਦੇ ਵਿੱਚ ਬਿਹਾਈਂਡ ਹੋ ਜਾਂਦਾ ਤੇ ਕ੍ਰੈਡਿਟ ਤੇ ਇਫੈਕਟ ਕੋ ਸਾਈਨਰ ਦੇ ਵੀ ਪੈਣਾ। ਐਕਚੁਅਲੀ ਕੋ ਸਾਈਨਰ ਕੀ ਆ ਜੀ, ਉਹਨੇ ਗਰੰਟੀ ਦਿੱਤੀ ਹੋਈ ਆ ਮੇਨ ਐਪਲੀਕੈਂਟ ਨੂੰ, ਮੇਨ ਐਪਲੀਕੈਂਟ ਕੁਆਲੀਫਾਈ ਨਹੀਂ ਸੀ ਕਰਦਾ ਵੀ ਜੇ ਹੁਣ ਉਹ ਪੈਸੇ ਨਹੀਂ ਦਿੰਦਾ ਤੇ ਬੈਂਕ ਜਿਹੜੇ ਆ ਉਹ ਕੋ ਐਪਲੀਕੈਂਟ ਕੋ ਪੈਸੇ ਮੰਗਣਗੇ। ਓਕੇ, ਤੇ ਹੁਣ ਤੁਹਾਡੇ ਨਾਲ ਸੰਪਰਕ ਕਿੱਦਾਂ ਕੀਤਾ ਜਾ ਸਕਦਾ ਕਿਉਂਕਿ ਸਾਂਝਾ ਪੰਜਾਬ ਅਕ੍ਰੋਸ ਕੈਨੇਡਾ ਜਾਂਦਾ? ਤੁਹਾਡਾ ਆਫਿਸ? ਸਾਡੇ ਆਫਿਸ ਬਹੁ ਭਾਜੀ ਓਵਰਆਲ ਸਾਰੇ ਕੈਨੇਡਾ ਦੇ ਵਿੱਚ ਨੇ। ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ ਤੇ ਟੋਰਾਂਟੋ ਦੇ ਵਿੱਚ ਸਾਡਾ ਹੈੱਡ ਆਫਿਸ ਆ। ਜਿਹੜੇ ਸ਼ਹਿਰਾਂ ਦੇ ਵਿੱਚ ਸਾਡੇ ਦਫ਼ਤਰ ਨਹੀਂ ਵੀ ਹੈਗੇ, ਜੇ ਕੋਈ ਭੈਣ ਭਰਾ ਉਹਨਾਂ ਸ਼ਹਿਰਾਂ ਦੇ ਵਿੱਚ ਰਹਿੰਦਾ ਆਪ ਜਾਂ ਕਿਸੇ ਦਾ ਯਾਰ ਦੋਸਤ ਸੱਜਣ ਬੇਲੀ ਇਹਨਾਂ ਮੁਸੀਬਤਾਂ ਦੇ ਵਿੱਚ ਫਸਿਆ ਹੋਇਆ ਤੇ ਉਹ ਸਾਡੇ ਨਾਲ ਓਵਰ ਦਾ ਫੋਨ ਗੱਲਬਾਤ ਕਰ ਸਕਦੇ ਨੇ, ਸਾਨੂੰ ਈਮੇਲ ਕਰ ਸਕਦੇ ਨੇ। ਅਸੀਂ ਟੋਰਾਂਟੋ ਤੋਂ ਬੈਠੇ ਉਹਨਾਂ ਦੇ ਕਰਜ਼ੇ ਮਾਫ ਕਰਵਾ ਕੇ ਦੇ ਸਕਦੇ ਹਾਂ। ਗੱਲਬਾਤ ਸਾਰੀ ਕੌਨਫੀਡੈਂਸ਼ੀਅਲ ਹੁੰਦੀ? 100% ਜੀ, ਜਿੰਨੀ ਵੀ ਇਨਫੋਰਮੇਸ਼ਨ ਹੈ 100% ਕੌਨਫੀਡੈਂਸ਼ੀਅਲ ਹੋਏਗੀ। ਜੇ ਅਗਰ ਤੁਸੀਂ ਵੀ ਇਸ ਕੁੜਕੀ 'ਚ ਫਸ ਗਏ, ਮੈਂ ਤਾਂ ਕੁੜਕੀ ਕਹਾਂਗਾ ਕਿ ਜੇ ਤੁਹਾਡੇ ਸਿਰ ਕਰਜ਼ਾ ਚੜ ਗਿਆ ਹੈ, ਤੁਸੀਂ ਕਈ ਸਾਲਾਂ ਤੋਂ ਮੰਥਲੀ ਪੇਮੈਂਟ ਦਿੰਦੇ ਆ ਰਹੇ, ਉਸ ਦਾ ਹੱਲ ਹੈ। ਤੁਸੀਂ ਜਸਵੀਰ ਸਿੰਘ ਹੁੰਦੇਹਾਲ ਨੂੰ 416 531 502 3100 ਤੇ ਕਾਲ ਕਰ ਸਕਦੇ ਹੋ ਜਾਂ ਜਿਹੜਾ ਟੋਲ ਫ੍ਰੀ ਨੰਬਰ ਲਿਖਿਆ ਉਸ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਤੇ ਤੁਹਾਡੇ ਕੋਲ ਕੋਈ ਵਿਅਕਤੀ ਆਉਂਦਾ, ਪਹਿਲਾ ਸਲਾਹ ਮਸ਼ਵਰਾ ਬਿਲਕੁਲ ਫ੍ਰੀ ਹੈ ਨਾ? ਬਿਲਕੁਲ ਜੀ। ਇੱਕ ਵਾਰਾਂ ਕੋਈ ਭੈਣ ਭਰਾ ਆਵੇ ਸਾਡੇ ਕੋਲ, 2 ਵਾਰਾਂ ਆਵੇ, 4 ਵਾਰਾਂ ਆਵੇ, ਜਿੰਨਾ ਚਿਰ ਤੱਕ ਤੁਸੀਂ ਫਾਈਲ ਪ੍ਰੋਸੀਡ ਨਹੀਂ ਕਰਦੇ ਉਹਨਾਂ ਚਿਰ ਤੱਕ ਕੋਈ ਫੀਸ ਚਾਰਜ ਨਹੀਂ ਕੀਤੀ ਜਾਂਦੀ ਜੀ। ਜਾਂ ਕਿਸੇ ਨੇ ਆਪਣਾ ਕ੍ਰੈਡਿਟ ਰੀਐਸਟੈਬਲਿਸ਼ ਕਰਾਉਣਾ ਤੇ ਕ੍ਰੈਡਿਟ ਰੀਐਸਟੈਬਲਿਸ਼ ਕਰਾ ਕੇ ਦੇਣ ਦੀ ਅਸੀਂ ਕੋਈ ਵੀ ਭਾਜੀ ਫੀਸ ਚਾਰਜ ਨਹੀਂ ਕਰਦੇ। ਇਹ ਸੇਵਾਵਾਂ ਬਿਲਕੁਲ ਫ੍ਰੀ ਆਫ ਕਾਸਟ ਨੇ ਜੀ। ਹੁੰਦਾ ਸਾਹਿਬ, ਸਮਾਂ ਦੇਣ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਵੀਰ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਜਸਵੀਰ ਸਿੰਘ ਹੁੰਦਲ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ। ਇਹਨਾਂ ਨੂੰ ਤੁਸੀਂ ਹੇਠ ਲਿਖੇ ਨੰਬਰ ਤੇ ਕਾਲ ਕਰ ਲਓ 416 502 3100। ਜੇ ਨੰਬਰ ਤੁਹਾਡੇ ਕੋਲ ਕਿਤੇ ਮਿਸ ਹੋ ਜਾਏ, ਤੁਸੀਂ ਕੈਨੇਡਾ ਦੇ ਕਿਸੇ ਕੋਨੇ ਸਾਨੂੰ ਦੇਖਦੇ ਹੋ ਤਾਂ ਨੰਬਰ ਮੇਰੇ ਤੋਂ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ। ਇਹ ਸਾਡੀ ਸੈਗਮੈਂਟ ਨੂੰ ਹਮੇਸ਼ਾ ਵਾਸਤੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਸਵੀਟ ਮੈਲ ਤੇ ਸਕਰਾਜ ਕੰਗ 416 679 91 ਇਸ ਦੇ ਨਾਲ ਸਟੀਵਨ ਫਰਨੀਚਰ। ਅੱਗੇ ਜਾ ਕੇ ਜਸਵੀਰ ਸਿੰਘ ਸਟੀਵਨ ਫਰਨੀਚਰ ਤੋਂ ਵੀ ਸਟੂਡੀਓ ਪਹੁੰਚ ਜਾਣਗੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਗਿਲ ਸਵੀਟ ਐਂਡ ਸਮੋਸਾ ਫੈਕਟਰੀ ਬ੍ਰਾਂਪਟਨ, ਡਾਟ ਗ੍ਰੀਨ 416 727 2502, ਅਬਲ ਟੈਕਨੋਲੋਜੀ, ਪੀਜ਼ਾ ਡਿਪੂ, ਕਿੰਗ ਟਰੱਕ ਲੋਨ ਦੀ ਤੋਂ ਲਖਵੀਰ ਸਾਹੀ 639 541 85। ਦੇਵ ਸੋਲ ਹੁਣੀ ਤੁਹਾਡੇ ਘਰ ਟਿਫਨ ਡਿਲੀਵਰ ਕਰਦੇ ਨੇ, $125 ਮਹੀਨੇ ਦੇ ਲੈਂਦੇ ਨੇ। ਨੰਬਰ ਹੈ 416 749 44 416 749 4444। ਬਲਬੀਰ ਕੌਰ ਲੇਲ 416 602 74 79 ਅਤੇ ਨਿਊ ਮਿਲੀਅਨ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਅੱਜ ਦਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। 16 ਲੋਕੇਸ਼ਨਾਂ ਨੇ ਅਕ੍ਰੋਸ ਕੈਨੇਡਾ, 905 452 0111 ਅਤੇ ਰਾਮਪਵਾਰ ਹੁਣੀ 416 371 2035। ਦਸਾਂਝ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਬਹੁਤ ਬਹੁਤ ਮਿਹਰਬਾਨੀ ਦਸਾਂਝ ਜੀ। ਸਾਂਝਾ ਪੰਜਾਬ ਦੇ ਟੈਲੀਵਿਜ਼ਨ ਸਾਰੇ ਦਰਸ਼ਕਾਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ ਜੀ। ਅਸੀਂ ਸਾਡਾ ਇਹ ਸਪੈਸ਼ਲ ਸੈਗਮੈਂਟ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਮੈਂ ਤੇ ਬਹੁਤ ਦਸਾਂਝ, ਇਹ ਨਿਊਜ਼ ਸੈਗਮੈਂਟ ਹੁੰਦਾ ਹੈ ਤੇ ਅੱਜ ਦਾ ਦਿਹਾੜਾ ਬਹੁਤ ਭਾਰਤ
ਭਾਰਤੀ ਇਤਿਹਾਸ ਦੇ ਵਿੱਚ ਨਹੀਂ ਸਗੋਂ ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਹਾੜਾ ਸਾਡੇ ਸਾਰਿਆਂ ਲਈ, ਘੱਟੋ ਘੱਟ ਆਮ ਭਾਰਤੀ ਲਈ, ਕਿ ਅੱਜ ਦਾ ਦਿਨ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 1931 ਜਦੋਂ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਜਦੋਂ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਗੱਲ ਕਰਦੇ ਹਾਂ ਤੇ ਜਿਹੜੀ ਇੱਕ ਸਾਡੀ ਜਿਹੜੀ ਸਾਂਝੀ ਤਹਿਜ਼ੀਬ ਹੈ, ਭਾਰਤ ਦੀ ਜਿਹੜੀ ਅਸਲੀ ਆਤਮਾ ਹੈ, ਵੀ ਇੱਥੇ ਕੋਈ ਜ਼ਾਤ ਕੋਈ ਧਰਮ ਨਹੀਂ ਹੈ, ਸਗੋਂ ਇੱਕ ਮਿੱਥਿਆ ਹੋਇਆ ਨਿਸ਼ਾਨਾ ਹੈ ਤੇ ਉਹ ਨਿਸ਼ਾਨੇ ਲਈ ਕੁਰਬਾਨ ਹੋਣ ਵਾਲੇ ਜਿਹੜੇ ਲੋਕ ਨੇ ਉਹ ਇਹ ਸਮਝਦੇ ਆ ਕਿ ਅਸੀਂ ਸਿੱਖ ਨਹੀਂ ਹੈ, ਅਸੀਂ ਹਿੰਦੂ ਨਹੀਂ ਹੈ, ਅਸੀਂ ਮੁਸਲਮਾਨ ਨਹੀਂ ਹੈ, ਈਸਾਈ ਨਹੀਂ ਹੈ, ਅਸੀਂ ਇੱਕ ਭਾਰਤੀ ਦੇ ਤੌਰ ਤੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜੀ ਹੈ ਤੇ ਇਕੱਠੇ ਫਾਂਸੀ ਦੇ ਤਖਤੇ ਤੇ ਝੂਲ ਰਹੇ ਆ। ਇਸ ਤਰ੍ਹਾਂ ਦੀ ਘਟਨਾ ਇਤਿਹਾਸ ਕਿਤੇ ਨਹੀਂ ਹੈ। ਤੇ ਦੂਸਰੀ ਗੱਲ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੇ ਉਹਨਾਂ ਦੀ ਸਾਰੀ ਤਹਿਰੀਕ ਜਿੰਨੀ ਵੀ ਹੈ ਉਹ ਇਸ ਗੱਲ ਦੀ ਪ੍ਰੇਰਣਾ ਤਾਂ ਲਾਜ਼ਮੀ ਤੌਰ ਤੇ ਦਿੰਦੀ ਹੈ ਵੀ ਜਦੋਂ ਕੋਈ ਆਫਤ ਪੈਂਦੀ ਹੈ, ਜਦੋਂ ਕੋਈ ਤਾਨਾਸ਼ਾਹ ਜਿਹੜੇ ਹੈ ਉਹ ਤੁਹਾਡੇ ਆਵਾਮ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ, ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ, ਉਦੋਂ ਇਸ ਤਰ੍ਹਾਂ ਦੇ ਪ੍ਰੇਰਨਾ ਸਰੋਤ ਜਿਹੜੇ ਨੌਜਵਾਨ ਹੈ ਬਾਰ-ਬਾਰ ਜਿਹੜੇ ਆ ਸਾਡੇ ਸਾਹਮਣੇ ਆਉਂਦੇ ਆ। ਸੋ ਇੱਕ ਵੱਡੀ ਮਿਸਾਲ ਹੈ, ਇਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਕੁਝ ਹੋਰ ਗੱਲਾਂ ਵੀ ਕਰਾਂਗੇ ਤੇ ਜੋ ਭਾਰਤ ਦੀ ਹਾਲਤ ਹੈ ਜਾਂ ਪੰਜਾਬ ਤੋਂ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਸਾਡੇ ਨਾਲ ਜੁੜ ਸਕਦੇ ਹੋ 905 458 44 44, ਸਟੂਡੀਓ ਲਾਈਨ ਹੈ 905 458 4444। ਆਪਣੀ ਗੱਲ ਰੱਖੋ, ਆਪਣੇ ਖਿਆਲ ਜੇ ਤੁਹਾਡੇ ਮਨ 'ਚ ਕੁਝ ਹੈਗੇ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸੰਖੇਪ 'ਚ ਗੱਲ ਕਰੋ ਤੇ ਅਸੀਂ ਵੀ ਸੰਖੇਪ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਂਝ ਸ਼ਾਹ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ 23 ਮਾਰਚ ਹੈ। 23 ਮਾਰਚ ਸਨ 1931 ਨੂੰ ਸ਼ਹੀਦ ਆਜ਼ਮ ਰਾਜਗੁਰੂ ਤੇ ਸੁਖਦੇਵ ਹੁਣਾਂ ਨੂੰ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ, ਜਿੱਥੇ ਵੀ ਭਾਰਤੀ ਲੋਕ ਵਸਦੇ ਨੇ, ਕਿਉਂਕਿ ਉਦੋਂ ਭਾਰਤ 1947 ਤੋਂ ਪਹਿਲਾਂ ਇੱਕੋ ਹੀ ਦੇਸ਼ ਹੁੰਦਾ ਸੀ। ਤਾਂ ਇਹਨਾਂ ਸ਼ਹੀਦਾਂ ਨੂੰ ਸਾਰੇ ਹੀ ਯਾਦ ਕਰਦੇ ਨੇ, ਪਰ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਮੁਲਕ ਨੂੰ ਆਜ਼ਾਦ ਕਰਵਾਇਆ। ਕਿ ਜੋ ਸ਼ਹੀਦਾਂ ਨੇ ਆਪਣੇ ਸੁਪਨੇ ਲਏ ਸੀ ਕਿ ਸਾਨੂੰ ਇਹੋ ਜਿਹਾ ਮੁਲਕ ਚਾਹੀਦਾ, ਕੀ ਉਹੋ ਜਿਹਾ ਮੁਲਕ ਮਿਲਿਆ? ਬਹੁਤ ਵਾਜਬ ਕਿਸਮ ਦਾ ਸਵਾਲ ਹੈ। ਜਿਸ ਤਰ੍ਹਾਂ ਦੇ ਸੁਪਨੇ ਜਾਂ ਜਿਸ ਤਰ੍ਹਾਂ ਦੀ ਇੱਕ ਤਸਵੀਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਜਾਂ ਉਸ ਤੋਂ ਪਹਿਲਾਂ ਵੀ ਗਦਰ ਲਹਿਰ ਦੇ ਜਿਹੜੇ ਸਾਡੇ ਸਾਥੀ ਸੀ ਜਾਂ ਬੱਬਰ ਲਹਿਰ ਦੇ ਸਾਥੀ ਸੀ, ਅਕਾਲੀ ਯੋਧੇ ਜਿਹੜੇ ਹੋਏ ਆ, ਉਹਨਾਂ ਦਾ ਇੱਕ ਸੁਪਨਾ ਸੀ ਇਸ ਮੁਲਕ ਨੂੰ ਬਹੁਤ ਹੀ ਪਵਿੱਤਰ ਕਿਸਮ ਦੀ ਆਤਮਾ ਵਾਲਾ ਮੁਲਕ ਜਿਹੜਾ। ਤੇ ਇਸ ਤਰ੍ਹਾਂ ਦਾ ਮੁਲਕ ਖਾਸ ਤੌਰ ਤੇ ਜਦੋਂ ਅਸੀਂ ਭਗਤ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕੇਵਲ ਇਸ ਕਰਕੇ ਭਗਤ ਸਿੰਘ ਮਹਾਨ ਨਹੀਂ ਹੈ ਕਿ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਰਾਜਗੁਰੂ ਤੇ ਸੁਖਦੇਵ ਦੇ ਨਾਲ। ਮਹਾਨਤਾ ਉਹਨਾਂ ਦੀ ਇਸ ਗੱਲ 'ਚ ਪਈ ਹੈ ਕਿ ਬਹੁਤ ਨਿੱਕੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਇਸ ਸਾਰੇ ਸਮਾਜ ਨੂੰ ਤੇ ਸਿਆਸਤ ਨੂੰ ਸਮਝਿਆ। ਅੱਛਾ, ਉਹਦੇ ਪ੍ਰਮਾਣ ਨੇ ਸਾਡੇ ਕੋਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੀ ਜਿਹਦੇ 'ਚ ਉਹਨਾਂ ਦੀਆਂ ਲਿਖਤਾਂ ਨੇ, ਉਹਨਾਂ ਦੀ ਜੇਲ੍ਹ ਦੀ ਡਾਇਰੀ ਹੈ, ਜਿੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਵਿਚਾਰ ਕੀ ਸੀ, ਉਹ ਕੀ ਸੋਚਦੇ ਸੀ ਸੁਸਾਇਟੀ ਬਾਰੇ, ਸਿਆਸਤ ਬਾਰੇ, ਭਵਿੱਖ ਬਾਰੇ। ਫਿਰ ਬਹੁਤ ਸਾਰੀਆਂ ਡਿਬੇਟਸ ਹੈ ਜਿਹੜੀਆਂ ਡਿਬੇਟਸ ਅਦਾਲਤ ਦੇ ਵਿੱਚ ਉਹਨਾਂ ਨੇ ਕੀਤੀਆਂ ਜਦੋਂ ਉਹਨਾਂ ਦੇ ਇਲਜ਼ਾਮ ਲੱਗ ਰਹੇ ਸੀ ਤੇ ਜਦੋਂ ਉਹਨਾਂ ਨੇ ਬਕਾਇਦਾ ਉਸ ਬਹਿਸ ਦੇ ਵਿੱਚ ਹਿੱਸਾ ਲਿਆ ਤੇ ਆਪਣੇ ਆਪ ਦੇ ਵਿੱਚ ਉਹ ਜਿਹੜੀਆਂ ਡਿਬੇਟਸ ਹੈਗੀਆਂ ਉਹਨਾਂ ਡਿਬੇਟਸ ਦੇ ਵਿੱਚ ਵੀ ਜਿਹੜੀਆਂ ਗੱਲਾਂ ਉਹਨਾਂ ਨੇ ਰੱਖੀਆਂ ਉਹ ਇਤਿਹਾਸ ਦਾ ਹਿੱਸਾ ਹੈ। ਪਰ ਅੱਜ ਵਰਤਮਾਨ ਦੇ ਵਿੱਚ ਸਾਨੂੰ ਬਿਹਤਰ ਭਵਿੱਖ ਦੀ ਤਲਾਸ਼ ਲਈ ਜਿਹੜੀ ਲੜਾਈ ਲੜੀ ਜਾਣੀ ਚਾਹੀਦੀ ਹੈ ਜਾਂ ਲੜੀ ਜਾ ਰਹੀ ਹੈ, ਉਹਦੇ ਲਈ ਵੀ ਪ੍ਰੇਰਣਾ ਦਿੰਦੇ ਆ। ਸੋ ਬਹੁਤ ਸਾਰੇ ਉਹਨਾਂ ਦੇ ਹਵਾਲੇ ਜਿਹੜੇ ਆ ਦਿੱਤੇ ਜਾ ਸਕਦੇ ਆ ਤੇ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਸਾਡੇ ਸਾਹਮਣੇ ਆ, ਲਿਖਤੀ ਸਾਡੇ ਕੋਲ ਪਏ ਆ। ਇਸ ਕਰਕੇ ਉਹ ਜਿਹੜੀ ਮਹਾਨਤਾ ਉਹਨਾਂ ਦੀ ਆ ਆਪਣੀ ਥਾਂ ਦੇ ਉੱਤੇ ਆ ਤੇ ਉਸੇ ਮਹਾਨਤਾ ਨੂੰ ਅੱਗੇ ਤੋਰਦਿਆਂ ਹੋਇਆ ਅਸੀਂ ਜਦੋਂ ਅੱਜ ਦੇਖ ਰਹੇ ਹਾਂ ਦੇਸ਼ ਦੀ ਹਾਲਤ ਕੀ ਹੈ, ਤਾਂ ਇਹ ਜ਼ਰੂਰ ਕਹਿਣਾ ਪੈਂਦਾ ਹੈ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕੀ ਉਹਨਾਂ ਦੇ ਸੁਪਨੇ ਹਕੀਕਤ 'ਚ ਤਬਦੀਲ ਹੋਏ। ਕਿ ਇਹ ਉਹੀ ਆਜ਼ਾਦੀ ਹੈ ਜਿਸ ਆਜ਼ਾਦੀ ਦਾ ਸੁਪਨਾ ਉਹਨਾਂ ਨੇ ਲਿਆ ਸੀ? ਤਾਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੇ ਉਹ ਸੁਪਨੇ ਹਕੀਕਤ ਵਿੱਚ ਬਦਲੇ ਹੁੰਦੇ ਤਾਂ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਧਰਨਿਆਂ 'ਚ ਨਾ ਬੈਠੇ ਹੁੰਦੇ ਘਰ-ਬਾਰ ਛੱਡ ਕੇ। ਜੇ ਉਹਨਾਂ ਦੇ ਸੁਪਨੇ ਪੂਰੇ ਹੋਏ ਹੁੰਦੇ ਤੇ ਅੱਜ ਦੇਸ਼ ਭਰ ਦੇ ਵਿੱਚ ਵੀ ਤੇ ਦੁਨੀਆ ਭਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦਿਆਂ ਹੋਇਆ
ਉਹੀ ਨਾਰੇ ਫਿਰ ਤੋਂ ਬੁਲੰਦ ਨਾ ਕੀਤੇ ਜਾਂਦੇ ਜਿਹੜੇ ਨਾਰੇ ਮਾਰਦਿਆਂ ਹੋਇਆਂ, ਜਿਹੜੇ ਨਾਰੇ ਬੁਲੰਦ ਕਰਦਿਆਂ ਹੋਇਆਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਫਾਂਸੀ ਦੇ ਰस्से ਚੁੰਮੇ। ਨਾਰੇ ਕਿਹੜੇ ਹੈ ਵੀ ਸਭ ਲਈ ਬਰਾਬਰਤਾ ਹੋਵੇ। ਉਹਨਾਂ ਨੇ ਇਹੀ ਹੈ ਕਿ ਅਸੀਂ ਆਪਣੀ ਖੇਤੀ ਬਚਾਉਣੀ, ਆਪਣੀ ਜ਼ਮੀਨ ਬਚਾਉਣੀ, ਆਪਣਾ ਭਵਿੱਖ ਬਚਾਉਣਾ। ਭਵਿੱਖ ਦੀ ਬਚਾਉਣ ਦੀ ਲੜਾਈ ਹੀ ਭਗਤ ਸਿੰਘ ਹੋਰਾਂ ਨੇ ਲੜੀ ਸੀ ਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੀ ਅੱਜ ਸਾਡੇ 80 ਸਾਲ ਤੋਂ 85 ਸਾਲ 90 ਸਾਲ ਦੇ ਬਜ਼ੁਰਗ ਜਿਹੜੇ ਬਾਰਡਰ ਦੇ ਉੱਤੇ ਬੈਠੇ ਹੈ ਘਰ-ਬਾਰ ਛੱਡ ਕੇ, ਉਹ ਲੜ ਰਹੇ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਦਿਹਾੜੇ ਜਦੋਂ ਅਸੀਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਯਾਦ ਕਰ ਰਹੇ ਹਾਂ ਤੇ ਉੱਥੋਂ ਪ੍ਰੇਰਨਾ ਵੀ ਲੈ ਰਹੇ ਹਾਂ ਤੇ ਉਹਨਾਂ ਦਾ ਨਾਂ ਲੈ ਕੇ ਸ਼ਹੀਦੀ ਦਿਹਾੜੇ ਵੀ ਬਾਰਡਰ ਦੇ ਉੱਤੇ ਵੀ ਮਨਾਏ ਗਏ ਆ। ਖਟਕੜ ਕਲਾਂ ਦੇ ਵਿੱਚ ਵੀ, ਹੁਸੈਨੀਵਾਲਾ ਦੇ ਵਿੱਚ ਵੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਇਕੱਠ ਹੋਏ ਆ ਨੌਜਵਾਨਾਂ ਦੇ, ਕਿਸਾਨਾਂ ਦੇ, ਤੇ ਉਹਨਾਂ ਨੌਜਵਾਨਾਂ ਦੇ, ਕਿਸਾਨਾਂ ਦੇ ਇਕੱਠਾਂ ਦੇ ਵਿੱਚ ਉਹੀ ਨਾਰੇ ਬੁਲੰਦ ਹੋਏ ਆ ਜਿਹੜੇ ਨਾਰੇ ਭਗਤ ਸਿੰਘ ਹੋਰਾਂ ਦੇ ਸੀ। ਸੋ ਇਸ ਕਰਕੇ ਲੜਾਈ ਲੰਬੀ ਹੈ, ਲੜਾਈ ਮੁੱਕੀ ਨਹੀਂ ਹੈ ਤੇ ਨਾ ਹੀ ਇਹ ਲੜਾਈ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਜਿਹੜੀ ਜਿੱਤੀ ਜਾਣੀ ਹੈ ਇਹ ਲੜਾਈ ਖਤਮ ਹੋ ਜਾਣੀ ਹੈ। ਲੜਾਈ ਫਿਰ ਵੀ ਚੱਲਦੀ ਰਹੇਗੀ ਉਦੋਂ ਤੱਕ ਜਦੋਂ ਤੋਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ, ਜਿਹੜਾ ਇੱਕ ਕੋਰ ਪੁਆਇੰਟ ਹੈ ਭਗਤ ਸਿੰਘ ਦੇ ਵਿਚਾਰਾਂ ਦਾ। ਜੀ ਥੋੜੀ ਖਟਕੜ ਕਲਾਂ ਦੀ ਗੱਲਬਾਤ ਕਰੀਏ। ਖਟਕੜ ਕਲਾਂ ਦੇ ਵਿੱਚ ਜਿਹੜਾ ਇਕੱਠ ਹੋਇਆ ਉਸ ਦੀ ਕੋਈ ਜਾਣਕਾਰੀ ਹੈ? ਉੱਥੇ ਕਿਹੜੇ ਬੁਲਾਰੇ ਪਹੁੰਚੇ? ਦੇਖੋ ਉੱਥੇ ਬਹੁਤ ਸਾਰੇ ਬੁਲਾਰੇ ਆਏ ਨੇ ਖਟਕੜ ਕਲਾਂ ਦੇ ਵਿੱਚ ਤੇ ਉੱਥੇ ਕਿਸਾਨਾਂ ਦੇ ਬਹੁਤ ਸਾਰੇ ਲੀਡਰ ਵੀ ਪਹੁੰਚੇ, ਨੌਜਵਾਨ ਵੀ ਉੱਥੇ ਪਹੁੰਚੇ ਤੇ ਡਿਟੇਲਸ ਵੈਸੇ ਬਹੁਤੀਆਂ ਹਾਲੇ ਆਉਣਗੀਆਂ, ਕੁਝ ਵੀਡੀਓਜ਼ ਵਗੈਰਾ ਵੀ ਆ ਰਹੀਆਂ ਨੇ ਪਰ ਹਾਲੇ ਪੂਰੀ ਡਿਟੇਲ ਨਹੀਂ ਹੈ। ਪਰ ਕਿਸਾਨ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ, ਕਿਸਾਨ ਮੋਰਚੇ ਦਾ ਵੱਡਾ ਹਿੱਸਾ ਉੱਥੇ ਹਾਜ਼ਰ ਸੀ ਤੇ ਵੱਖ-ਵੱਖ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਤੇ ਉਹਨਾਂ ਦੇ ਵਰਕਰ ਸੀ ਉਹ ਵੱਡੀ ਤਾਦਾਦ ਦੇ ਵਿੱਚ ਖਟਕੜ ਕਲਾਂ ਦੇ ਵਿੱਚ ਪਹੁੰਚੇ ਹੈ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਹੋਇਆ ਖਟਕੜ ਕਲਾਂ ਜਿਹੜਾ ਉਹਨਾਂ ਦਾ ਜੱਦੀ ਪਿੰਡ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਇੱਕ ਗੀਤ ਵੀ ਵੱਜਦਾ ਹੁੰਦਾ ਸੀ, ਬੰਗਿਆਂ ਦੇ ਕੋਲ ਲੋਕੀ ਪੂਜਦੇ ਨੇ ਬੁੱਤ ਨੂੰ, ਹੁੰਦੀਆਂ ਸਲਾਮਾਂ ਮਾਇਆ ਅੱਜ ਤੇਰੇ ਪੁੱਤ ਨੂੰ। ਉਹ ਬੰਗਿਆਂ ਦੇ ਲਾਗੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਖਟਕੜ ਕਲਾਂ ਪਿੰਡ ਦੇ ਵਿੱਚ ਅੱਜ ਬਹੁਤ ਜੋਸ਼ੋ ਖਰੋਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਜਿਹੜੀ ਚੱਲੀ ਹੈ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਉਹ 'ਚ ਹਾਜ਼ਰ ਸੀ, ਕਿਸਾਨ ਸੀ ਤੇ ਲੀਡਰਸ਼ਿਪ ਦਾ ਵੀ ਇੱਕ ਵੱਡਾ ਹਿੱਸਾ ਉਹਦੇ 'ਚ ਹਾਜ਼ਰ ਸੀ। ਜੀ ਕੀ ਹੁਸੈਨੀਵਾਲਾ ਦੇ ਵਿੱਚ ਵੀ ਕੋਈ ਉੱਥੇ ਲੋਕ ਪਹੁੰਚੇ ਸੀ ਸ਼ਹੀਦੀ ਦਿਹਾੜਾ ਮਨਾਉਣ ਲਈ ਜਾਂ ਨਹੀਂ? ਨਹੀਂ, ਉੱਥੇ ਕਾਫੀ ਲੋਕ ਸੀਗੇ ਵੱਖਰੇ ਤੌਰ ਦੇ ਉੱਤੇ, ਜਿਹੜਾ ਕਹ ਲਓ ਵੀ ਪੋਲੀਟੀਕਲੀ ਵੀ ਕੁਝ ਸਰਕਾਰਾਂ ਵੱਲੋਂ ਵੀ ਲੋਕ ਉੱਥੇ ਸੀਗੇ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈ ਉਹ ਸਪੈਸ਼ਲੀ ਹੁਸੈਨੀਵਾਲਾ ਪਹੁੰਚੇ, ਉਹਨਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੁਝ MLAs ਵੀ ਸੀ, ਪਰਮਿੰਦਰ ਸਿੰਘ ਪਿੰਕੀ ਵਗੈਰਾ, ਕੁਲਵੀਰ ਜ਼ੀਰਾ, ਇਹਨਾਂ ਦੀ ਅਗਵਾਈ 'ਚ ਸੈਕਟਰ ਮਾਰਚ ਵੀ ਕੱਢਿਆ ਗਿਆ ਤੇ ਆਮ ਲੋਕਾਂ ਨੇ ਵੀ ਵੱਖਰੇ ਤੌਰ ਦੇ ਉੱਤੇ ਹੁਸੈਨੀਵਾਲਾ ਪਹੁੰਚ ਕੇ ਜਿਹੜੇ ਹੈ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਂਝ ਕਰੋਨਾ ਵਾਇਰਸ ਕਰਕੇ ਕੁਝ ਡਾਇਰੈਕਸ਼ਨ ਸੀਗੀਆਂ, ਕੁਝ ਗਾਈਡਲਾਈਨ ਸੀ, ਉਹਨੂੰ ਧਿਆਨ 'ਚ ਰੱਖਦਿਆਂ ਹੁਸੈਨੀਵਾਲਾ 'ਚ ਉਹਦਾ ਵੱਡਾ ਇਕੱਠ ਨਹੀਂ ਸੀ ਜਿੰਨਾ ਵੱਡਾ ਇਕੱਠ ਜਿਹੜਾ ਖਟਕੜ ਕਲਾਂ ਦੇ ਵਿੱਚ ਜਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਕੀਤੇ ਗਏ। ਜੀ ਤੇ ਦਿੱਲੀ ਦੀ ਬਾਰਡਰ ਦੀ ਥੋੜੀ ਗੱਲਬਾਤ ਕਰੀਏ ਕਿ ਸਿੰਘੂ ਬਾਰਡਰ ਦੇ ਉੱਤੇ ਵੀ ਇਹ ਦਿਨ ਮਨਾਇਆ ਗਿਆ। ਕੀ ਕਿਸਾਨਾਂ ਦਾ ਇਕੱਠ ਪਹਿਲਾਂ ਵਾਂਗ ਸੀ ਜਾਂ ਗਿਣਤੀ ਘੱਟ ਸੀ? ਇਕੱਠ ਬਹੁਤ ਹੀ ਖਾਸ ਤੌਰ ਤੇ ਨੌਜਵਾਨ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਕੱਲ੍ਹ ਦੇ ਤੁਰੇ ਹੋਏ ਸੀ। ਕੱਲ੍ਹ ਦੇ ਕਾਫਲਿਆਂ ਦੇ ਰੂਪ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਜਿਹੜੇ ਇੱਥੇ ਪਹੁੰਚੇ ਹੈ। ਦਿੱਲੀ ਦੇ ਬਾਰਡਰ ਤੇ ਕੱਲ੍ਹ ਰਾਤ ਹੀ ਪਹੁੰਚ ਗਏ ਸੀ। KMP ਜਿਹੜਾ ਰੋਡ ਹੈ ਉੱਥੇ ਉਹਨਾਂ ਨੇ ਡੇਰੇ ਲਾਏ ਸੀ ਤੇ ਅੱਜ ਉਹ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਪਲਵਲ ਵਾਲਾ ਜਿਹੜਾ ਬਾਰਡਰ ਹੈ ਤੇ ਨਾਲ ਨਾਲ ਸ਼ਾਹਜਹਾਂਪੁਰ ਬਾਰਡਰ ਜਿਹੜਾ ਹੈ ਉੱਥੇ ਵੱਡੀ ਤਾਦਾਦ ਪਹੁੰਚੇ। ਖਾਸ ਤੌਰ ਤੇ ਟਿਕਰੀ ਤੇ ਸਿੰਘੂ ਬਾਰਡਰ ਤੇ ਬਹੁਤ ਵੱਡੀ ਤਾਦਾਦ 'ਚ ਨੌਜਵਾਨ ਤੇ ਕਿਸਾਨ ਸੀਗੇ ਤੇ ਗਿਣਤੀ ਦਾ ਕੋਈ ਕਹਿ ਲਓ ਵੀ ਸਾਡੇ ਕੋਲ ਨਹੀਂ ਹੈ ਵੀ ਇੰਨੀ ਗਿਣਤੀ ਸੀ, ਪਰ ਪਹਿਲਾਂ ਨਾਲੋਂ ਜ਼ਿਆਦਾ ਇਕੱਠ ਸੀ। ਗਿਣਤੀ ਅਸੀਂ ਹੈਡ ਕਾਊਂਟਿੰਗ ਤਾਂ ਨਹੀਂ ਤੁਹਾਡੇ ਨਾਲ ਸਾਂਝੀ ਕਰ ਸਕਦੇ, ਪਰ ਵੱਡਾ ਇਕੱਠ ਸੀ। ਬਹੁਤ ਸਾਰੀਆਂ ਫੋਟੋਗ੍ਰਾਫ ਵੀ ਜਿਹੜੀਆਂ ਸਾਡੇ ਸਾਹਮਣੇ ਆਈਆਂ, ਜਿਹੜੀਆਂ ਉੱਥੋਂ ਦੇ ਜੋਸ਼ ਨੂੰ ਸਾਡੇ ਸਾਹਮਣੇ ਰੱਖਦੀਆਂ ਤੇ ਉੱਥੇ ਕਿਸਾਨ ਲੀਡਰਸ਼ਿਪ ਨੇ ਜ਼ਮੀਨਾਂ, ਰੁਜ਼ਗਾਰ ਤੇ ਰੋਟੀ ਖੋਹਣ ਦਾ ਜਿਹੜਾ ਸਾਮਰਾਜੀ ਹੱਲਾ ਹੈ ਉਹਦਾ ਮੂੰਹ ਮੋੜਨ ਵਾਸਤੇ ਜ਼ਾਤਾਂ, ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਕਿਸਾਨ ਲਹਿਰ ਦੀ ਉਸਾਰੀ ਜਿਹੜੀ ਹੈ 23 ਮਾਰਚ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਰੂਪ ਦੇ ਵਿੱਚ ਪੇਸ਼ ਕੀਤੀ ਗਈ ਹੈ ਉਹਨੂੰ ਸ਼ਰਧਾਂਜਲੀ ਦੱਸਿਆ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਕੌਮੀ ਜਿਹੜੇ ਸ਼ਹੀਦ ਹੈ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਬਾਕੀ ਸ਼ਹੀਦ ਵੀ, ਉਹਨਾਂ ਤੋਂ ਪ੍ਰੇਰਨਾ ਲੈ ਕੇ ਇਹ ਲੋਕ ਕਾਨੂੰਨਾਂ ਦੀ ਵਾਪਸੀ ਤੱਕ ਆਪਣਾ ਮੋਰਚਾ ਏਦਾਂ ਚਲਾਉਣਗੇ। ਕਿਹਾ ਇਹ ਗਿਆ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਹੈ
ਇਹਨੂੰ ਵਿਰਾਸਤ 'ਚ ਮਿਲੀ ਹੈ ਬਰਤਾਨੀਆ ਸਾਮਰਾਜ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ। ਤੇ ਇਹ ਨੀਤੀ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹ ਲਾਜ਼ਮੀ ਤੌਰ ਦੇ ਉੱਤੇ ਜਿੱਤ ਤੱਕ ਪਹੁੰਚੇਗਾ ਤੇ ਸਾਮਰਾਜੀ ਨੀਤੀਆਂ ਜਿਹੜੀਆਂ ਸਰਕਾਰ ਦੀਆਂ ਹੈਗੀਆਂ ਉਹ ਲਾਗੂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹਦੇ ਕਰਕੇ ਕਿਸਾਨ ਤਾਂ ਹੈ ਹੀ, ਨੌਜਵਾਨ ਵੀ ਜਿਹੜੇ ਆ ਬੇਰੁਜ਼ਗਾਰੀ ਤੇ ਅਨਪੜ੍ਹਤਾ ਦਾ ਸ਼ਿਕਾਰ ਹੋ ਰਹੇ ਨੇ। ਤੇ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਗਈਆਂ। ਕੁਝ ਵੱਡੇ ਨਾਂ ਵੀ ਉੱਥੇ ਸੀਗੇ, ਉੱਘੇ ਸ਼ਾਇਰ ਤੇ ਸਾਇੰਸਦਾਨ ਗੌਹਰ ਰਜ਼ਾ ਵੀ ਉੱਥੇ ਪਹੁੰਚੇ, ਉਹਨਾਂ ਨੇ ਆਪਣੀ ਨਜ਼ਮ ਵੀ ਉੱਥੇ ਕਹੀ ਤੇ ਨਾਲ ਦੀ ਨਾਲ ਮੇਧਾ ਪਾਟਕਰ ਤੇ ਇੱਕ ਥੀਏਟਰ ਦੀ ਵੱਡੀ ਆਰਟਿਸਟ ਸ਼ਬਨਮ ਹਾਸ਼ਮੀ ਜਿਹੜੀ ਹੈ ਉਹ ਵੀ ਉੱਥੇ ਸੀਗੇ ਤੇ ਉਹਨਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸੋ ਤਦਾਦ ਦੇ ਰੂਪ ਦੇ ਵਿੱਚ ਦੇਖਣਾ ਹੋਵੇ ਤਾਂ ਅੱਗੇ ਨਾਲੋਂ ਤਦਾਦ ਉੱਤੇ ਵਧੀ ਹੋਈ ਹੈ ਤੇ ਖਾਸ ਤੌਰ ਤੇ ਅੱਜ ਦੇ ਦਿਹਾੜੇ ਉਹ ਤਦਾਦ ਹੋਰ ਵੀ ਜ਼ਿਆਦਾ ਸੀ ਤੇ ਇੱਕ ਕਿਸਮ ਦੀ 26 ਮਾਰਚ ਦੇ ਭਾਰਤ ਬੰਦ ਦੀ ਤਿਆਰੀ ਦੇ ਤੌਰ ਤੇ ਵੀ ਇਹਨੂੰ ਦੇਖਿਆ ਜਾ ਸਕਦਾ ਹੈ। ਜਿਹੜੇ 26 ਮਾਰਚ ਨੂੰ ਪ੍ਰੋਗਰਾਮ ਲਿਖਿਆ ਜਾ ਰਿਹਾ ਉਹ ਸਾਰੇ ਭਾਰਤ ਵਿੱਚ ਉਸ ਦੀਆਂ ਤਿਆਰੀਆਂ ਕਿੰਨੀਆਂ ਕੁ ਮੁਕੰਮਲ ਹੋ ਚੁੱਕੀਆਂ ਨੇ? ਕਿਉਂਕਿ ਜੇ ਆਪਾਂ ਸੋਚਦੇ ਹਾਂ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਵੋਟਾਂ ਪੈਣੀਆਂ ਨੇ ਉਹਨਾਂ 5 ਸੂਬਿਆਂ ਦੇ ਵਿੱਚ ਜ਼ਿਆਦਾ ਜ਼ੋਰ ਹੈ, ਕੀ ਬਾਕੀ ਦੇ ਸੂਬਿਆਂ ਵਿੱਚ ਵੀ ਕਿਸਾਨ ਅੰਦੋਲਨ ਜੋ 26 ਤਰੀਕ ਨੂੰ ਬੰਦ ਹੋਣ ਜਾ ਰਿਹਾ, ਬੰਦ ਹੋਣ ਦਾ ਭਰਮਾ ਹੁੰਗਾਰਾ ਮਿਲੇਗਾ? ਦੇਖੋ ਜਿਹੜਾ ਤਾਂ ਨਾਰਥ ਇੰਡੀਆ ਆ ਉੱਥੇ ਤਾਂ ਬਹੁਤ 100% ਭਰਮਾ ਹੁੰਗਾਰਾ ਮਿਲੇਗਾ ਇਸ ਭਾਰਤ ਬੰਦ ਨੂੰ ਤੇ ਈਵਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅੰਦਰ ਵੀ ਭਾਰਤ ਬੰਦ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲੇਗਾ। ਦੂਜੀ ਗੱਲ, ਦਿੱਲੀ ਦੀ ਪੋਜੀਸ਼ਨ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਨੇ ਨਵਾਂ ਬਿੱਲ ਲੈਣ ਦਾ ਜਿਹੜਾ ਕਾਨੂੰਨ ਬਣ ਜਾਣਾ, ਜਿਹਦੇ ਕਾਨੂੰਨ ਬਣਨ ਦੇ ਨਾਲ ਦਿੱਲੀ ਦੀ ਸਰਕਾਰ ਜਿਹੜੀ ਹੈ ਇੱਕ ਕਿਸਮ ਦੀ ਇਰਰੈਲੇਵੈਂਟ ਕਰ ਦਿੱਤੀ ਜਾਣੀ ਹੈ। ਮਤਲਬ ਉੱਥੇ ਦੇ ਜਿਹੜੇ ਸਰਕਾਰ ਹੈ ਇੱਕ ਕਿਸਮ ਦੇ ਲੈਫਟੀਨੈਂਟ ਗਵਰਨਰ ਹੋ ਜਾਣੀ ਹੈ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਸਰਕਾਰ ਬਹੁਤ ਕਹਿ ਲਓ ਵੀ ਸੰਕਟ ਦੀ ਸਥਿਤੀ 'ਚ ਰਹੇਗੀ। ਉਹਦੇ ਖਿਲਾਫ ਵੀ ਇੱਕ ਰੋਸ ਹੈ ਤੇ ਗੁੱਸਾ ਹੈ। ਕੱਲ ਭਗਵੰਤ ਮਾਨ ਨੇ ਵੀ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ ਸੀ। ਉਹ ਵਿਰੋਧ ਤੇ ਗੁੱਸਾ 26 ਮਾਰਚ ਦੇ ਬੰਦ ਦੇ ਦੌਰਾਨ ਦਿਖਾਈ ਦੇ ਸਕਦਾ। ਦਿੱਲੀ ਦੀ ਆਮ ਜਨਤਾ ਆਮ ਆਦਮੀ ਪਾਰਟੀ ਦੇ ਸੱਦੇ ਤੇ ਵੀ ਇਸ ਬੰਦ ਦੀ ਸਮਰਥਨ ਕਰੇਗੀ। ਦੂਜਾ ਜਿਹੜਾ ਨਾਰਥ ਇੰਡੀਆ ਤੋਂ ਬਿਨਾਂ ਜਿਹੜੀ 5 ਸਟੇਟਸ ਹੈਗੀਆਂ ਉੱਥੇ ਕਿਉਂਕਿ ਕੰਪੇਨ ਚੱਲ ਰਹੀ ਹੈ, ਇਲੈਕਸ਼ਨ ਕੰਪੇਨ ਹੈ, ਉੱਥੇ ਸ਼ਾਇਦ ਬੰਦ ਦਾ ਰੂਪ ਕੋਈ ਹੋਰ ਹੋਏਗਾ। ਉੱਥੇ ਬੰਦ ਤਾਂ ਹੋਏਗਾ ਪਰ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਕੰਪੇਨ ਵੀ ਚੱਲੇਗੀ। ਉਸ ਕੰਪੇਨ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਵਿਰੋਧੀ ਧਿਰਾਂ ਹੈ, ਚਾਹੇ ਤ੍ਰਿਣਮੂਲ ਕਾਂਗਰਸ ਹੈ ਪੱਛਮੀ ਬੰਗਾਲ ਦੇ ਵਿੱਚ, ਜਾਂ ਲੈਫਟ ਹੈ, ਜਾਂ ਕਾਂਗਰਸ ਪਾਰਟੀ ਹੈ, ਜਾਂ ਅਸਾਮ ਦੇ ਵਿੱਚ ਕਾਂਗਰਸ ਪਾਰਟੀ ਹੈ, ਤਾਮਿਲਨਾਡੂ ਦੇ ਵਿੱਚ DMK ਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੈ, ਪਾਂਡੇਚੇਰੀ ਦੇ ਵਿੱਚ ਕਾਂਗਰਸ ਪਾਰਟੀ ਹੈ ਤੇ ਇਹਨਾਂ ਸਾਰਿਆਂ ਦਾ ਜ਼ੋਰ ਲੱਗੇਗਾ ਇਸ ਗੱਲ ਨੂੰ ਵੀ ਕੰਪੇਨ ਵੀ ਚੱਲੇ, ਨਾਲ ਦੀ ਨਾਲ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਵੀ ਕਾਮਯਾਬ ਹੋਵੇ। ਭਾਵੇਂ ਉਹ ਕਿਸਾਨ ਜਥੇਬੰਦੀਆਂ ਤੇ ਟ੍ਰੇਡ ਯੂਨੀਅਨ ਨੇ ਦਿੱਤਾ ਹੈ ਪਰ ਉਹਨਾਂ ਦੀ ਵੀ ਰਾਜਸੀ ਮਜਬੂਰੀ ਬਣ ਜਾਣੀ ਹੈ 5 ਸਟੇਟਾਂ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੀਆਂ ਧਿਰਾਂ ਨੇ। ਬਾਕੀ ਜਿਹੜੀਆਂ ਵੱਡੀਆਂ ਸਟੇਟਸ ਨੇ, ਚਾਹੇ ਉਹ ਬਿਹਾਰ ਹੈ, ਉੱਤਰ ਪ੍ਰਦੇਸ਼, ਬਿਹਾਰ ਤਾਂ ਚਲੋ ਨਾਰਥ ਇੰਡੀਆ ਦਾ ਪਾਰਟੀ ਹੈ, ਪਰ ਤਾਮਿਲਨਾਡੂ ਤੇ ਮਹਾਰਾਸ਼ਟਰ ਤੋਂ ਵੀ ਖਬਰ ਆ ਰਹੀਆਂ ਵੀ ਉੱਥੇ ਕਿਸਾਨ ਤੇ ਨੌਜਵਾਨ ਵੱਡੀ ਤਾਦਾਦ ਦੇ ਵਿੱਚ 26 ਮਾਰਚ ਦਾ ਬੰਦ ਕਰਨਗੇ। ਸੋ ਇੱਕ ਵਿਆਪਕ ਅਸਰ 26 ਮਾਰਚ ਦੇ ਭਾਰਤ ਬੰਦ ਦੇ ਦੌਰਾਨ ਇੱਕ ਵਿਆਪਕ ਅਸਰ ਜਿਹੜਾ ਆ ਇਹਨਾਂ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਜੀ ਕਿਸਾਨ ਸਾਹਿਬ, ਤੇਲੰਗਾਨਾ ਦੇ ਵਿੱਚ ਇੱਕ ਕਬੱਡੀ ਦੀ ਚੈਂਪੀਅਨਸ਼ਿਪ ਚੱਲ ਰਹੀ ਸੀ ਤੇ ਉੱਥੇ ਸਟੇਡੀਅਮ ਦੇ ਉੱਤੇ ਲੋਕ ਬੈਠੇ ਸੀ ਜਿੱਥੇ ਉਹ ਸਾਰੀ ਛੱਤ ਡਿੱਗ ਪਈ ਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਅਸੀਂ ਦੇਸ਼ ਵਿੱਚ ਦੇਖਦੇ ਹਾਂ। ਅੱਜ ਹੀ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਤਾਂ ਇੱਕ ਖਬਰ ਇਹ ਵੀ ਆਈ ਸੀ ਕਿ ਇੱਕ ਕੰਸਟਰਕਸ਼ਨ ਜਿਹੜੀ ਚੱਲ ਰਹੀ ਸੀ ਤੇ ਉਹ ਕੰਸਟਰਕਸ਼ਨ ਚੱਲਦਿਆਂ ਉਹ ਦੀਵਾਰ ਡਿੱਗ ਗਈ। ਇਹ ਜਿਹੜੀ ਕੰਸਟਰਕਸ਼ਨ ਚੱਲ ਰਹੀ ਸੀ ਗੁਜਰਾਤ, ਜਿੱਥੇ ਨਰਿੰਦਰ ਮੋਦੀ ਆਉਂਦੇ ਨੇ, ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਕੰਸਟਰਕਸ਼ਨ ਦੇ ਦੌਰਾਨ ਕੰਧ ਡਿੱਗੀ, 4 ਮਜ਼ਦੂਰ ਜਿਹੜੇ ਉਹਨਾਂ ਦੀ ਮੌਤ ਹੋ ਗਈ, 4 ਮਜ਼ਦੂਰ ਹਾਲੇ ਵੀ ਮਲਬੇ ਦੇ ਹੇਠਾਂ ਦੱਬੇ ਹੋਏ ਹੈ। ਇਹਦੇ ਤੇਲੰਗਾਨਾ ਦੀ ਘਟਨਾ ਹੈ। ਸਟੇਡੀਅਮ ਦੀ ਛੱਤ ਡਿੱਗ ਜਾਣਾ, 100 ਦੇ ਕਰੀਬ ਲੋਕਾਂ ਦਾ ਜ਼ਖਮੀ ਹੋ ਜਾਣਾ, ਉਹਦੇ ਚੋਂ ਕਿੰਨੇ ਲੋਕ ਜਿਹੜੇ ਆ ਉਹ ਆਪਣੀ ਜਾਨ ਗਵਾ ਜਾਣਗੇ ਹਾਲੇ ਕੋਈ ਦੱਸਿਆ ਨਹੀਂ ਜਾ ਸਕਦਾ। ਪਰ ਉਹਦੇ ਬਾਵਜੂਦ ਇਹਦੇ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀਆਂ ਖਾਸ ਤੌਰ ਤੇ ਸਰਕਾਰੀ ਬਿਲਡਿੰਗਸ ਹੈਗੀਆਂ ਉਹਨਾਂ 'ਚ ਕਿੰਨਾ ਮਾੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ। ਈਵਨ ਤੁਸੀਂ ਸੜਕਾਂ ਦੇ ਲਿਹਾਜ਼ ਨਾਲ ਵੀ ਦੇਖ ਲਓ, ਜਿਹੜੀ ਸੜਕ ਅੱਜ ਬਣਦੀ ਹੈ, ਖਾਸ ਤੌਰ ਤੇ ਜੇ ਮੈਂ ਆਪਣੇ ਇੱਥੇ ਏਅਰਪੋਰਟ ਰੋਡ ਦੀ ਗੱਲ ਕਰਾਂ, ਏਅਰਪੋਰਟ ਰੋਡ ਬੜਾ ਇੰਪੋਰਟੈਂਟ ਹੈ। ਤੁਸੀਂ ਇੱਥੇ ਚੰਡੀਗੜ੍ਹ ਏਅਰਪੋਰਟ ਰੋਡ ਤੇ ਚੜੋਗੇ ਤੇ ਤੁਹਾਨੂੰ ਦਿਖਾਈ ਦੇਗਾ ਵੀ ਕਿੰਨੀ ਬੁਰੀ ਹਾਲਤ ਹੈ ਏਅਰਪੋਰਟ ਰੋਡ ਦੀ ਵੀ। ਇੱਥੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਆ ਉਹ ਚੱਲ ਰਹੀ ਕੰਸਟਰਕਸ਼ਨ ਦੇ ਵਿੱਚ ਉਹਨਾਂ ਦਾ ਡਿੱਗ ਜਾਣਾ, ਕਿਸੇ ਸਟੇਡੀਅਮ ਦਾ ਡਿੱਗ ਜਾਣਾ ਜਾਂ ਕਿਸੇ ਬਣਦੇ ਹੋਏ ਪੁਲ ਦਾ ਡਿੱਗ ਜਾਣਾ, ਇਹ ਅਕਸਰ ਭਾਰਤ ਦੇ ਵਿੱਚ ਘਟਨਾਵਾਂ ਵਾਪਰਦੀਆਂ। ਉਹਦੇ ਬਾਵਜੂਦ
ਸਰਕਾਰਾਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਇਹਦੇ ਵੱਲ ਧਿਆਨ ਨਹੀਂ ਦਿੰਦੇ। ਐਡਮਿਨਿਸਟ੍ਰੇਸ਼ਨ ਨੂੰ, ਸਰਕਾਰ ਨੂੰ ਤੁਰੰਤ ਇਹਦੇ ਤੇ ਸਭ ਤੋਂ ਪਹਿਲੀ ਕਾਰਵਾਈ ਤੇ ਇਹੀ ਕਰਨੀ ਚਾਹੀਦੀ ਹੈ ਵੀ ਜਿਨ੍ਹਾਂ ਦੇ ਕੋਲ ਕੰਸਟਰਕਸ਼ਨ ਦਾ ਜਿਹੜਾ ਇੱਕ ਕੰਟਰੈਕਟ ਦਿੱਤਾ ਹੋਇਆ ਸੀ ਉਹਨਾਂ ਦੀ ਪੁੱਛਾਣ ਕਿਉਂ ਨਹੀਂ ਹੁੰਦੀ? ਜੇ ਸੜਕ ਹੁਣੇ ਬਣਾਈ ਹੈ 6 ਮਹੀਨਿਆਂ ਦੇ ਬਾਅਦ ਉਹ ਉਖੜ ਜਾਂਦੀ ਹੈ ਜਾਂ ਇੱਕ ਮੀਂਹ ਵੀ ਬਰਦਾਸ਼ਤ ਨਹੀਂ ਕਰਦੀ, ਤਾਂ ਫਿਰ ਜਿਹਨੂੰ ਉਹ ਠੇਕਾ ਦਿੱਤਾ ਗਿਆ ਸੀ ਉਹ ਠੇਕੇਦਾਰ ਨੂੰ ਕਿਉਂ ਨਹੀਂ ਕਚਹਿਰੀ 'ਚ ਖੜਾ ਕੀਤਾ ਜਾਂਦਾ? ਜੇ ਸਟੇਡੀਅਮ ਡਿੱਗਿਆ ਤਾਂ ਸਟੇਡੀਅਮ ਦੀ ਛੱਤ ਬਣਾਉਣ ਵਾਲਾ ਠੇਕੇਦਾਰ ਕਿੱਥੇ ਹੈ? ਜੇ ਅੱਜ ਇੱਕ ਕੰਸਟਰਕਸ਼ਨ ਦੇ ਅਧੀਨ ਬਿਲਡਿੰਗ ਡਿੱਗ ਜਾਂਦੀ ਹੈ, 4 ਮਜ਼ਦੂਰ ਮਰ ਜਾਂਦੇ ਹੈ, ਤਾਂ ਫਿਰ ਉਹਦਾ ਜਿਹੜਾ ਠੇਕੇਦਾਰ ਕਿੱਥੇ ਹੈ? ਇਹ ਕੁਝ ਨਹੀਂ ਹੁੰਦਾ, ਕਿਸੇ ਕਿਸਮ ਦਾ ਐਕਸ਼ਨ ਨਹੀਂ ਹੁੰਦਾ, ਕਿਉਂਕਿ ਉਹ ਠੇਕੇਦਾਰਾਂ ਦੇ ਹਿੱਸੇ ਪੱਤੇ ਹੁੰਦੇ ਆ ਸਰਕਾਰ 'ਚ ਬੈਠੇ ਲੋਕਾਂ ਦੇ ਨਾਲ। ਸੋ ਹਿੱਸਾ ਪੱਤੀ ਜਿਹੜੀ ਹੈ ਲਗਾਤਾਰ ਇੱਦਾਂ ਚੱਲਦੀ ਰਹਿੰਦੀ ਹੈ ਤੇ ਲੋਕਾਂ ਦੀ ਜਾਨ ਨਾਲ ਇੱਦਾਂ ਖੇਡਿਆ ਜਾਂਦਾ ਹੈ ਜੀ। ਕਿਸਾਨ ਸਾਹਿਬ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਅਤੇ ਕਰੋਨਾ ਦੇ ਵੱਧਦੇ ਕੇਸ ਜਿਹੜੇ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਨਾਲ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਪਾਕਿਸਤਾਨ ਨੂੰ ਵਿਸਾਖੀ ਮਨਾਉਣ ਵਾਸਤੇ ਸਿੱਖਾਂ ਦਾ ਜਥਾ ਜਾ ਸਕਦਾ। ਇੱਕ ਬ੍ਰੇਕ ਤੋਂ ਬਾਅਦ ਆਪਾਂ ਉਸ ਦੀ ਗੱਲਬਾਤ ਕਰਾਂਗੇ। ਸ਼ਸ਼ੀਰ ਕਿਸਾਨ ਸਾਹਿਬ ਸਾਡੇ ਨਾਲ ਇਸ ਟਾਈਮ ਲਾਈਨ 'ਤੇ ਹਾਜ਼ਰ ਨੇ। ਤੁਸੀਂ ਸਾਡੀ ਇਸ ਸੈਗਮੈਂਟ ਦਾ ਹਿੱਸਾ ਬਣਿਆ ਕਰੋ। 9054584444 905-458-44 9054584444। ਮੌਸਮ ਬੜਾ ਵਧੀਆ ਹੈ। ਅੱਜ 15, ਕੱਲ੍ਹ ਨੂੰ 15, ਫਿਰ 16 ਤੇ ਫਿਰ ਥੋੜ੍ਹੀ ਜਿਹੀ ਠੰਡ ਹੋਣੀ ਸ਼ੁਰੂ ਹੋ ਜਾਏਗੀ। 6, 8 ਸੈਚਰਡੇ ਨੂੰ ਹੈ ਅਤੇ ਸੰਡੇ ਨੂੰ 7 ਹੈ, ਮੰਡੇ ਨੂੰ 6 ਹੈ। ਤਾਂ ਇਹੋ ਜਿਹਾ ਟੈਂਪਰੇਚਰ ਅੱਗੇ ਜਾ ਕੇ ਠੰਡ ਹੋ ਸਕਦੀ, ਪਰ ਕਿਹਾ ਜਾ ਰਿਹਾ ਹੈ ਕਿ ਐਂਡ ਆਫ ਦਾ ਮੰਥ ਸਨੋ ਵੀ ਪੈ ਸਕਦੀ ਹੈ, ਜੋ ਆਲ ਹੈਵ ਟੂ ਬੀ ਕੇਅਰਫੁਲ। ਇਸ ਨਾਲ ਨਾਲ ਔਸ਼ਵਾ ਦੇ ਵਿੱਚ ਜਿਹੜੇ ਕੱਲ੍ਹ ਘਰ ਨੂੰ ਅੱਗ ਲੱਗੀ ਸੀ ਉਸ ਵਿੱਚ 5 ਲੋਕ ਜਿਹੜੇ ਜ਼ਖਮੀ ਹੋਏ ਸਨ ਅਤੇ ਪੁਲਿਸ ਨੂੰ 2 ਲੋਕ ਜਿਹੜੇ ਘਰ ਦੇ ਵਿੱਚੋਂ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨੇ। ਤਾਂ ਪੁਲਿਸ ਨੇ ਕਿਹਾ ਕਿ 2 ਲੋਕ ਹਜੇ ਵੀ ਮਿਸਿੰਗ ਨੇ ਅਤੇ ਹੋ ਸਕਦਾ ਉਹਨਾਂ ਬਾਰੇ ਜਾਂ ਉਹ ਘਰ ਵਿੱਚ ਨਹੀਂ ਸਨ ਅਤੇ ਜਾਂ ਉਹਨਾਂ ਦੀਆਂ ਲਾਸ਼ਾਂ ਹਜੇ ਨਹੀਂ ਮਿਲੀਆਂ। ਇਸੇ ਤਰ੍ਹਾਂ ਹੀ ਅੱਜ ਬਰੈਡਫੋਰਡ, ਜੋ ਕਿ ਜਦੋਂ ਆਪਾਂ 400 ਲੈ ਕੇ ਜਾਂਦੇ ਹਾਂ ਬੈਰੀ ਨੂੰ ਤਾਂ ਹਾਈਵੇ 88 ਦੇ ਐਗਜ਼ਿਟ 'ਤੇ ਬਰੈਡਫੋਰਡ ਹੈ, ਉੱਥੇ ਅੱਜ ਇੱਕ ਅਪਾਰਟਮੈਂਟ ਨੂੰ ਜ਼ਬਰਦਸਤ ਜਿਹੜੀ ਅੱਗ ਲੱਗੀ ਹੋਈ ਹੈ ਅਤੇ ਫਾਇਰ ਕਰੂ ਜਿਹੜਾ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਕੈਨੇਡਾ ਦੇ ਵਿੱਚ ਜਿੱਥੇ ਕਰੋਨਾ ਦੇ ਕੇਸ ਵੱਧ ਰਹੇ ਨੇ ਅਤੇ ਇਸ ਨਾਲ ਨਾਲ ਜਿਹੜੀ ਵੈਕਸੀਨ ਹੈ ਉਹ ਵੀ ਬੜੀ ਤੇਜ਼ੀ ਦੇ ਨਾਲ ਲੱਗ ਰਹੀ ਹੈ। ਅੰਟਾਰੀਓ ਦੇ ਵਿੱਚ 1,05,53,400 ਵੈਕਸੀਨ ਜਿਹੜੀ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਨਾਲ 75+ ਆਪਣੀ ਅਪਾਇੰਟਮੈਂਟ ਬਣਾ ਸਕਦੇ ਨੇ। 80+ 60 to 64 ਐਸਟਰਾਜ਼ੈਨਕ ਜਿਹੜੀ ਹੈ ਉਹ ਅਮਰੀਕਾ ਨੇ ਆਪਾਂ ਨੂੰ ਦੇ ਦਿੱਤੀ ਹੈ। ਇੱਕ 1.5 ਮਿਲੀਅਨ ਜਿਹੜੀ ਹੈ ਉਹ ਪਹੁੰਚ ਜਾਏਗੀ ਆਲਰੇਡੀ। ਸੋ ਜਿਹੜੀ ਵੈਕਸੀਨ ਦਾ ਕੰਮ ਤੇਜ਼ੀ ਨਾਲ ਹੋਏਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਪਰ ਫਿਰ ਵੀ ਗ੍ਰੇ ਜ਼ੋਨ ਦੇ ਵਿੱਚ ਕੋਈ ਢਿੱਲ ਪੀਲ ਨੂੰ ਜ਼ਰੂਰ ਦਿੱਤੀ ਗਈ ਹੈ। ਅੱਜ ਹੋ ਸਕਦਾ ਹੈ ਕਿ ਡਗ ਫੋਰਡ ਸਾਹਿਬ ਕੁਝ ਅਨਾਊਂਸਮੈਂਟ ਕਰਨਗੇ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੀਲ ਜਾਂ ਟੋਰਾਂਟੋ ਏਰੀਆ ਵਿੱਚ ਕੋਈ ਢਿੱਲ ਮਿਲ ਸਕਦੀ ਹੈ ਜਾਂ ਨਹੀਂ, ਉਸ ਦੀ ਅਨਾਊਂਸਮੈਂਟ ਜਿਹੜੀ ਅੱਜ ਹੋਏਗੀ। ਇਸ ਨਾਲ ਨਾਲ ਕੋਲੋਰਾਡੋ ਦੇ ਵਿੱਚ ਸ਼ੂਟਿੰਗ ਹੋਈ ਹੈ। ਇੱਕ ਵਿਅਕਤੀ ਨੇ ਗੋਲੀਆਂ ਮਾਰ ਕੇ 10 ਲੋਕਾਂ ਨੂੰ ਮਾਰ ਦਿੱਤਾ ਹੈ, ਜਿਹੜੀ ਕਿ ਮਾੜੀ ਖਬਰ ਹੈ। ਆਏ ਦਿਨ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਈ ਕਿਤੇ ਕਲੱਬ ਦੇ ਵਿੱਚ ਜਾਂ ਸਟੋਰਾਂ ਦੇ ਵਿੱਚ ਨਾ ਕਿਤੇ ਤੁਹਾਨੂੰ ਯਾਦ ਹੋਣਾ ਕਿ ਕਾਫੀ ਲੰਬਾ ਸਮਾਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਵਿਅਕਤੀ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ, 6 ਲੋਕ ਸ਼ਹੀਦ ਕਰ ਦਿੱਤੇ ਸੀ। ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਪਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਅਸੀਂ ਕੁਝ ਹੋਰ ਖਬਰਾਂ ਸਾਂਝੀਆਂ ਕਰਾਂਗੇ। ਤੁਹਾਡੇ ਕੋਲ ਕੋਈ ਵੀ ਖਬਰ ਹੁੰਦੀ ਹੈ ਤਾਂ ਮੈਨੂੰ WhatsApp 'ਤੇ ਮੈਸੇਜ ਕਰ ਦਿਆ ਕਰੋ, ਤਾਂ ਮੈਂ ਖਬਰ ਤੁਹਾਡੀ ਸਾਂਝਾ ਪੰਜਾਬ TV ਦੇ ਉੱਤੇ ਸਾਂਝੀ ਕਰ ਸਕਦਾ। ਨੰਬਰ ਹੈ 4164197777 416 419 7777। ਕਿਸਾਨ ਸਾਹਿਬ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿ ਜਿਹੜੇ ਕਰੋਨਾ ਦੇ ਵੱਧ ਰਹੇ ਕੇਸ ਹੈ, ਸਾਡੇ ਵੀ ਇੱਥੇ 1500 ਤੋਂ ਕੇਸ ਇਕੱਲੇ ਅੰਟਾਰੀਓ ਦੇ ਵਿੱਚ ਘਟਣ ਦਾ ਨਾਂ ਨਹੀਂ ਲੈ ਰਹੇ। ਤਾਂ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਕਰੋਨਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੁਣ। ਇਹਦੇ ਨਾ ਜੀ 2 ਨਵੀਆਂ ਗੱਲਾਂ ਇੱਕ ਦਵਾਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਪੰਜਾਬ ਦੇ ਵਿੱਚ ਇੱਕ ਨੰਬਰ 1 ਗੱਲ ਤਾਂ ਇਹ ਹੈ ਵੀ ਭਾਰਤ ਦੇ ਵਿੱਚ ਜਿੰਨੇ ਵੀ ਕਰੋਨਾ ਦੇ ਕੇਸ ਹੁਣ ਵਧੇ ਹੈ, 6 ਸੂਬੇ ਜਿਹੜੇ ਜ਼ਿਆਦਾ ਅਫੈਕਟਡ ਹੈ, ਉਹਦੇ 'ਚ ਮਹਾਰਾਸ਼ਟਰ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਹੈ। ਤੇ ਜਦੋਂ ਅਸੀਂ ਓਵਰਆਲ ਕੇਸ ਦੇਖਦੇ ਹਾਂ ਤੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਉਹ ਦਿਖਾਈ ਦਿੰਦੇ ਮਹਾਰਾਸ਼ਟਰ ਦੇ ਵਿੱਚ, ਲਗਭਗ 70% ਦੇ ਨੇੜੇ ਤੇੜੇ। ਟੋਟਲ ਦਾ 70% ਇਕੱਲਾ ਮਹਾਰਾਸ਼ਟਰ ਹੈ। ਪਰ ਜੇ ਅਸੀਂ ਜਿਹੜੀ ਆਬਾਦੀ ਹੈ ਉਹਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਪੰਜਾਬ ਸਭ ਤੋਂ ਤੇਜ਼ੀ ਨਾਲ ਕੇਸ ਵਧ ਰਹੇ ਪੰਜਾਬ ਦੇ ਵਿੱਚ। 6 ਸੂਬਿਆਂ ਚੋਂ ਸਭ ਤੋਂ ਜ਼ਿਆਦਾ ਸਪੀਡ ਕਰੋਨਾ ਵਾਇਰਸ ਦੇ ਕੇਸਾਂ ਦੀ ਉਹ ਪੰਜਾਬ 'ਚ ਹੈ।
ਪੰਜਾਬ ਦੇ ਵਿੱਚ ਜਿਹੜੇ ਦਿਨ ਹੈ ਮਤਲਬ ਪਿਛਲੇ ਕੁਝ ਦਿਨ 7 ਮਾਰਚ ਤੋਂ ਲੈ ਕੇ 22 ਮਾਰਚ ਤੱਕ 27,018 ਨਵੇਂ ਕੇਸ ਆਏ। ਯਾਨੀ ਇੱਥੇ ਕਰੋਨਾ ਦੀ ਜਿਹੜੀ ਸਪੀਡ ਹੈ ਉਹ ਲਗਭਗ 14.5% ਹੈ ਤੇ ਮਹਾਰਾਸ਼ਟਰ ਦੀ ਸਪੀਡ ਹੈਗੀ ਆ ਲਗਭਗ 11.5%। ਯਾਨੀ ਕੇਸ ਦੇਖਣ ਨੂੰ ਗਿਣਤੀ ਦੇ ਲਿਹਾਜ਼ ਨਾਲ ਮਹਾਰਾਸ਼ਟਰ 'ਚ ਵੱਧ ਹੈ, ਪਰ ਆਬਾਦੀ ਦੇ ਲਿਹਾਜ਼ ਨਾਲ ਉਹ ਦੇਖਦੇ ਆ, ਸਪੀਡ ਦੇਖਦੇ ਆ ਤੇ ਅਸੀਂ ਮਹਾਰਾਸ਼ਟਰ ਤੋਂ ਵੀ 3% ਜ਼ਿਆਦਾ ਹੈ। ਯਾਨੀ ਪੰਜਾਬ 'ਚ ਬਹੁਤ ਤੇਜ਼ੀ ਨਾਲ ਇਹ ਕੇਸ ਜਿਹੜੇ ਵੱਧ ਰਹੇ ਆ। ਦੂਜੀ ਜਿਹੜੀ ਬੜੀ ਇੰਪੋਰਟੈਂਟ ਖਬਰ ਹੈ ਅੱਜ ਦੀ ਜਿਹੜੀ ਥੋੜਾ ਡਰ ਪੈਦਾ ਕਰ ਰਹੀ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਸੈਂਪਲ ਕੁਝ ਸਪੈਸ਼ਲ ਸੈਂਪਲ ਕੀਤੇ ਸੀ ਸੀਕੁਐਂਸਿੰਗ ਦੇਖਣ ਵਾਸਤੇ ਵੀ ਜੀਨੋਮ ਸੀਕੁਐਂਸਿੰਗ ਕੀ ਹੈ, 401 ਸੈਂਪਲ ਭੇਜੇ ਜਿਹਦੇ ਚੋਂ 81% ਜਿਹੜੇ ਆ ਉਹ ਜਿਹੜਾ ਯੂਕੇ ਦੇ ਵਿੱਚ ਕੋਰੋਨਾ ਵੇਰੀਐਂਟ ਹੈ ਨਾ ਉਹਦੀ ਪੁਸ਼ਟੀ ਹੋਈ, ਯਾਨੀ ਯੂਕੇ ਤੋਂ ਉਹ ਵੇਰੀਐਂਟ ਸਾਡੇ ਪੰਜਾਬ 'ਚ ਆਇਆ। ਇਹ ਬੜੀ ਖਤਰਨਾਕ ਗੱਲ ਹੈ ਵੀ ਜੇ 81% ਸਾਡੇ ਕੋਲ ਕੇਸ ਜਿਹੜੇ ਆ ਰਹੇ ਆ ਉਹਦੇ 'ਚ ਯੂਕੇ ਦਾ ਕੋਰੋਨਾ ਵੇਰੀਐਂਟ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਜਿਹੜੀਆਂ ਹੋਰ ਬਹੁਤ ਜ਼ਿਆਦਾ ਵਿਗੜ ਸਕਦੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਤੇ ਬੜੀ ਚਿੰਤਾ ਵੀ ਜ਼ਾਹਰ ਕੀਤੀ ਹੈ ਤੇ ਨਾਲੇ ਕਿਹਾ ਕਿ ਨਵਾਂ ਵੇਰੀਐਂਟ ਜਿਹੜਾ ਕਰੋਨਾ ਦਾ ਨੌਜਵਾਨਾਂ ਤੇ ਜ਼ਿਆਦਾ ਅਸਰ ਪਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸਪੈਸ਼ਲੀ ਇੱਕ ਅਪੀਲ ਕੀਤੀ ਹੈ ਕੈਪਟਨ ਅਮਰਿੰਦਰ ਨੇ ਵੀ ਕੋਵਿਡ ਵੈਕਸੀਨ ਜਿਹੜੀ ਹੈ ਉਹ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਾਸਤੇ ਵੀ ਜ਼ਰੂਰੀ ਕੀਤੀ ਜਾਏ ਤੇ ਇਹਦੇ ਦੌਰਾਨ ਹੀ ਖਬਰ ਇਹ ਆਈ ਹੈ ਕਿ ਸ਼ਾਇਦ 1 ਸਾਲ ਤੋਂ ਲੈ ਕੇ 45 ਸਾਲ ਤੱਕ ਲਈ ਵੀ ਸਾਰਿਆਂ ਲਈ ਕਰੋਨਾ ਦੀ ਵੈਕਸੀਨ ਜਿਹੜੀ ਲਾਈ ਜਾਏਗੀ। ਸੋ ਪੰਜਾਬ 'ਚ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਰਹੇ ਨੇ। ਪਿਛਲੇ 24 ਘੰਟਿਆਂ 'ਚ ਪੰਜਾਬ 'ਚ 58 ਜਾਣੇ ਜਿਹੜੇ ਆ ਉਹਨਾਂ ਦੀ ਜਾਨ ਗਈ ਹੈ, ਜਿਹਦਾ ਕਿਹਾ ਗਿਆ ਕਿ ਕਰੋਨਾ ਕਰਕੇ ਮਰੇ ਹੈ। 2320 ਦੇ ਕਰੀਬ ਨਵੇਂ ਕੇਸ ਆਏ ਆ 24 ਘੰਟਿਆਂ ਦੇ ਵਿੱਚ। ਹੁਣ ਤੱਕ ਪੰਜਾਬ ਦੇ ਵਿੱਚ 6382 ਲੋਕ ਮਰ ਚੁੱਕੇ ਹੈ ਤੇ ਪੰਜਾਬ 'ਚ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਇਹਦਾ ਅਸਰ ਦਿਖਾਈ ਦੇ ਰਿਹਾ। ਭਾਵੇਂ ਹੁਸ਼ਿਆਰਪੁਰ 'ਚ ਜ਼ਿਆਦਾ ਮੌਤਾਂ ਹੋਈਆਂ, 24 ਘੰਟੇ 'ਚ 10 ਲੋਕ ਮਰੇ ਨੇ। ਜਲੰਧਰ ਨਵੇਂ ਸ਼ਹਿਰ 'ਚ 9 ਲੋਕ ਮਰੇ ਹੈ ਤੇ ਪਰ ਜਿਹੜੇ ਕੇਸ ਆ ਰਹੇ ਨੇ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਆ ਰਹੇ ਨੇ। ਸੋ ਆਪਣੇ ਆਪ ਦੇ ਵਿੱਚ ਇਹ ਖਬਰ ਤਾਂ ਹੈ ਹੀ, ਨਾਲ ਦੀ ਨਾਲ ਯੂਕੇ ਦਾ ਵੇਰੀਐਂਟ ਆਉਣਾ ਜਿਹੜਾ ਆ ਉਹ ਇਹ ਗੱਲ ਦਰਸਾਉਂਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਬਹੁਤ ਧਿਆਨ ਰੱਖਿਆ ਜਾਣ ਦੀ ਜ਼ਰੂਰਤ ਹੈ। ਨਾਲ ਇੱਕ ਗੱਲ ਹੋਰ ਆਈ ਸੀ ਜਿਹੜੀ ਕੱਲ ਅਸੀਂ ਸ਼ਾਇਦ ਥੋੜੀ ਕੀਤੀ ਸੀ ਸਾਂਝੀ ਵੀ ਇਹ ਜਿਹੜਾ ਬਾਹਰੋਂ ਏਦਾਂ ਦਾ ਵੇਰੀਐਂਟ ਆਉਂਦਾ ਉਹਦੇ ਨਾਲ ਇੱਕ ਬੰਦਾ ਜੇ ਕੋਈ ਆਉਂਦਾ ਤੇ ਉਹਦੇ ਨਾਲ 5 ਲੋਕ ਪੀੜਤ ਹੁੰਦੇ ਆ। ਜਦੋਂ 5 ਲੋਕ ਪੀੜਤ ਹੋ ਜਾਂਦੇ ਆ ਤੇ 5 ਫਿਰ 125 ਨੂੰ ਪੀੜਤ ਕਰਦੇ ਆ। ਸੋ ਇਹ ਕੁਝ ਏਦਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਹੜੀਆਂ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਚਿੰਤਾ ਜਿਹੜੀ ਹੈ ਪੈਦਾ ਕਰ ਰਹੀਆਂ ਜੀ। ਦਸਾਂਝ ਸਾਹਿਬ ਇਹ ਤਾਂ ਹੋਣਾ ਹੀ ਆ ਜੇ ਇੰਗਲੈਂਡ ਤੋਂ ਫਲਾਈਟ ਜਿਹੜੀਆਂ ਨੇ ਭਾਰਤ ਨੂੰ ਜਾ ਰਹੀਆਂ ਨੇ, ਇੰਗਲੈਂਡ ਤੋਂ ਫਲਾਈਟ ਜਿਹੜੀਆਂ ਨੇ ਉਹ ਕੈਨੇਡਾ ਨੂੰ ਨਹੀਂ ਆ ਰਹੀਆਂ ਤੇ ਜਿਹੜੀਆਂ ਫਲਾਈਟ ਇੰਡੀਆ ਤੋਂ ਫਿਰ ਕੈਨੇਡਾ ਨੂੰ ਆਉਂਦੀਆਂ ਨੇ ਉਹਨਾਂ ਦੇ ਵਿੱਚ ਵੀ ਹਰ ਇੱਕ ਫਲਾਈਟ ਦੇ ਵਿੱਚੋਂ ਕੋਈ ਨਾ ਕੋਈ ਪੋਜ਼ਿਟਿਵ ਜ਼ਰੂਰ ਨਿਕਲਦਾ ਤਾਂ ਉਸ ਦਾ ਅਸਰ ਫਿਰ ਕੈਨੇਡਾ ਵਿੱਚ ਵੀ ਪਏਗਾ। ਲਾਜ਼ਮੀ ਪਏਗਾ। ਇਸੇ ਕਰਕੇ ਕੁਝ ਸਖਤੀ ਵੀ ਹੈ। ਬਹੁਤ ਸਾਰੇ ਜਿਹੜੇ ਲੋਕ ਗਏ ਨੇ ਵਾਪਸ ਗਏ ਨੇ, ਕੁਝ ਸਾਡੇ ਦੋਸਤ ਮਿੱਤਰ ਵੀ ਗਏ ਨੇ, ਉਹਨਾਂ ਨੂੰ ਨਾਲ ਦੀ ਨਾਲ ਹੀ ਕੁਆਰੰਟੀਨ ਦਾ ਜਿਹੜਾ ਤੁਹਾਨੂੰ ਪਤਾ ਹੈ, ਤੁਹਾਨੂੰ ਜ਼ਿਆਦਾ ਪਤਾ ਹੈ ਵੀ ਕਿਵੇਂ ਉਹਨਾਂ ਨੂੰ ਜੇ ਤਾਂ ਉਹਨਾਂ ਦਾ ਪੋਜ਼ਿਟਿਵ ਆ ਜਾਂਦਾ ਫਿਰ ਤਾਂ 14 ਦਿਨਾਂ ਲਈ ਨੇ ਤਾਂ 3 ਦਿਨ ਲਈ ਤਾਂ ਲਾਜ਼ਮੀ ਤੌਰ ਤੇ ਰੱਖਦੇ ਆ। ਈਵਨ ਕੁਝ ਸਟੂਡੈਂਟਸ ਜਿਹੜੇ ਆ ਨਾ ਉਹ ਵੀ ਹੁਣ ਜਾ ਰਹੇ ਸੀ। ਸਟੂਡੈਂਟਸ ਜਿਹੜੇ ਆ ਉਹਨਾਂ ਦੀ ਐਡਮਿਸ਼ਨ ਵਗੈਰਾ ਹੋਈ ਆ ਪਰ ਕੁਝ ਸਟੂਡੈਂਟਸ ਨੂੰ ਦਿੱਲੀ ਤੋਂ ਵਾਪਸ ਕਰ ਦਿੱਤਾ ਗਿਆ ਵੀ ਤੁਸੀਂ ਜਿਹੜਾ ਆ ਉਹਨਾਂ ਦੇ ਜ਼ਰੂਰੀ ਕਾਗਜ਼ਾਤ ਨਹੀਂ ਸੀ ਉਹਨਾਂ ਕੋਲ, ਤੁਹਾਨੂੰ ਵਾਪਸ ਕਰ ਦਿੱਤਾ ਗਿਆ। ਸੋ ਬੜੀਆਂ ਕੋਸ਼ਿਸ਼ਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਲਈਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਲਈਆਂ ਜਾ ਰਹੀਆਂ ਵੀ ਇਹ ਬਾਹਰਲੇ ਮੁਲਕਾਂ ਤੋਂ ਜਿਹੜੇ ਲੋਕ ਆ ਰਹੇ ਨੇ ਭਾਰਤ ਦੇ ਵਿੱਚ ਉਹਨਾਂ ਦਾ ਵੀ ਧਿਆਨ ਰੱਖਿਆ ਜਾਏ। ਜਿਹੜੇ ਭਾਰਤ ਤੋਂ ਬਾਹਰ ਜਾ ਰਹੇ ਆ ਉਹਨਾਂ ਦਾ ਵੀ ਧਿਆਨ ਰੱਖਿਆ ਜਾਏ। ਈਵਨ ਅਸੀਂ ਹੁਣ 5 ਅਪ੍ਰੈਲ ਨੂੰ ਪਾਕਿਸਤਾਨ ਜਾਣਾ ਸੀ। 5 ਅਪ੍ਰੈਲ ਤੋਂ ਲੈ ਕੇ ਅਸੀਂ 12 ਅਪ੍ਰੈਲ ਤੱਕ ਲਾਹੌਰ ਰਹਿਣਾ ਸੀ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਸੀ। ਉਹ ਇੰਡੀਅਨ ਗਵਰਨਮੈਂਟ ਨੂੰ ਜਿਹੜੀ ਅਸੀਂ ਇੱਕ ਐਪਲੀਕੇਸ਼ਨ ਲਾਈ ਸੀ ਪਰਮਿਸ਼ਨ ਵਾਸਤੇ, ਉਹਨਾਂ ਦਾ ਜਵਾਬ ਤਾਂ ਨਹੀਂ ਉਹਨਾਂ ਨੇ ਦਿੱਤਾ ਕਿ ਤੁਹਾਨੂੰ ਪਰਮਿਸ਼ਨ ਨਹੀਂ ਦੇਣੀ, ਪਰ ਇਹ ਕਹਿਤਾ ਵੀ ਤੁਸੀਂ ਇਹਦੇ ਬਾਰੇ ਰੀਥਿੰਕ ਕਰ ਲਓ ਵੀ ਅਸੀਂ ਸਾਡੇ ਲਈ ਤੁਸੀਂ ਸਾਡੇ ਸਿਟੀਜ਼ਨ ਹੋ, ਤੁਹਾਡੀ ਜਿਹੜੀ ਜਾਨ ਦੀ ਪਰਵਾਹ ਕਰਨਾ ਸਾਡਾ ਫਰਜ਼ ਹੈ। ਫਿਰ ਅਸੀਂ ਚਲੋ ਠੀਕ ਹੈ ਅਸੀਂ ਵੀ ਕਹਿਤਾ ਚਲੋ ਅਸੀਂ ਨਵੰਬਰ 'ਚ ਕਰ ਲਾਂਗੇ, ਅਸੀਂ ਜਾਣਾ ਉੱਥੇ ਪੋਸਟਪੋਨ ਕਰ ਦਿੱਤਾ। ਪਰ ਇਨ ਬਿਟਵੀਨ ਜਿਹੜੀ ਤੁਸੀਂ ਸਵਾਲ ਵੀ ਪੁੱਛਣਾ ਮੈਨੂੰ ਵੀ ਅਚਾਨਕ ਹੀ ਪਹਿਲਾਂ ਤਾਂ ਜਥਾ ਜਿਹੜਾ ਜਾ ਰਿਹਾ ਸੀ ਨਨਕਾਣਾ ਸਾਹਿਬ ਵਾਸਤੇ ਉਹਨੂੰ ਰੱਦ ਕਰ ਦਿੱਤਾ ਗਿਆ। ਹੁਣ ਇੱਕ ਖਬਰ ਆ ਗਈ ਹੈ ਕਿ ਜਿਹੜਾ ਵਿਸਾਖੀ ਤੇ ਜਥਾ ਜਾਣਾ ਹੈ ਉਹਦੀ ਸਰਕਾਰ ਨੇ ਬਕਾਇਦਾ ਆਗਿਆ ਦੇ ਦਿੱਤੀ ਹੈ ਜੀ। ਆਉਣਾ ਦਿਨਾਂ ਦੇ ਵਿੱਚ ਜਦੋਂ ਅਗਲੇ ਸਾਲ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਦਸਾਂਝ ਸਾਹਿਬ,
ਇਹ 6 ਕੋਣੀ ਟੱਕਰ ਦੇ ਵਿੱਚੋਂ ਕਿਤੇ ਆਮ ਆਦਮੀ ਪਾਰਟੀ ਨਾ ਬਾਜੀ ਲੈ ਜਾਏ, ਕਿਉਂਕਿ ਜੇ ਦਿੱਲੀ ਵਾਲਾ ਮਾਡਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਆਉਂਦੀ ਹੈ ਤਾਂ ਲੋਕ ਤਾਂ ਉਹਨੂੰ ਪਸੰਦ ਕਰਨਗੇ, ਕਿਉਂਕਿ ਦਿੱਲੀ ਦੇ ਵਿੱਚ ਪੂਰਾ ਸੂਬਾ ਨਹੀਂ ਹੈ। ਦਿੱਲੀ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਨੇ ਕੇਜਰੀਵਾਲ ਦੇ ਉੱਤੇ। ਜੇ ਇੱਕ ਟੈਸਟ ਦੇ ਤੌਰ ਤੇ, ਜਿਸ ਤਰ੍ਹਾਂ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਹੋਇਆ ਸੀ ਤੇ 3 ਸਾਲ ਪਹਿਲਾਂ, ਤਾਂ ਜੇ ਕੇਜਰੀਵਾਲ ਪੰਜਾਬ ਦੇ ਵਿੱਚ ਦਿੱਲੀ ਵਾਲਾ ਮਾਡਲ ਲਿਆ ਕੇ ਪੇਸ਼ ਕਰਦੇ ਨੇ ਤੇ 6 ਕੋਣੀ ਟੱਕਰ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ? ਦੇਖੋ, ਬੜਾ ਅਰਜ਼ੀ ਹੋਏਗਾ ਇਸ ਤਰ੍ਹਾਂ ਦੀ ਭਵਿੱਖਬਾਣੀ ਕਰਨੀ। ਤੇ ਦੂਜੀ ਗੱਲ ਇਹ ਹੈ ਵੀ ਹੈ ਕਿ ਜਿਹੜੀ ਪੋਲਿਟਿਕਸ ਹੁੰਦੀ ਉਹਦੇ ਵਿੱਚ ਭਵਿੱਖਬਾਣੀ ਕਰਨੀ ਵੀ ਖਤਰਨਾਕ ਹੁੰਦੀ ਹੈ। ਪਰ ਫਿਰ ਵੀ ਪੋਲਿਟਿਕਸ ਦੇ ਵਿੱਚ ਤੁਸੀਂ ਕੁਝ ਅੰਦਾਜ਼ੇ, ਕੁਝ ਕਿਆਸ ਰਾਈਆਂ ਤਾਂ ਲਾ ਹੀ ਸਕਦੇ ਹੋ ਜੀ। ਮੈਂ ਸਮਝਦਾ ਹੈ ਕਿ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ, ਜਿੱਦਾਂ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਏ ਹੋਏ ਸੀ ਪਰਸੋਂ, ਬਾਗਾ ਪੁਰਾਣਾ ਰੈਲੀ ਕਰਕੇ ਗਏ, ਉਹ ਚੰਗੀ ਰੈਲੀ ਸੀ, ਨੋ ਡਾਊਟ ਵਧੀਆ ਰੈਲੀ ਸੀ। ਉਹ 'ਚ ਉਹਨਾਂ ਨੇ ਕੁਝ ਏਦਾਂ ਦੀ ਗੱਲਾਂ ਵੀ ਕਹੀਆਂ ਵੀ ਜੇ ਤੁਸੀਂ ਲੈ ਕੇ ਆਓਗੇ ਪੰਜਾਬ ਦੇ ਵਿੱਚ ਸਾਨੂੰ, ਤੇ ਦਿੱਲੀ ਵਾਲਾ ਮਾਡਲ ਅਸੀਂ ਲਾਗੂ ਕਰਾਂਗੇ, ਜਿੱਥੇ ਜ਼ੀਰੋ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਹੈ, ਜਿੱਥੇ ਹੈਲਥ ਦਾ ਸਿਸਟਮ ਬੜਾ ਅਸੀਂ ਠੀਕ ਕਰ ਦਿੱਤਾ ਮੁਹੱਲਾ ਕਲੀਨਿਕ ਦੇ ਨਾਂ ਦੇ ਉੱਤੇ, ਐਜੂਕੇਸ਼ਨ ਬੜੀ ਵਧੀਆ। ਇਹ ਨੋ ਡਾਊਟ ਉਹਨਾਂ ਨੇ ਇੱਕ ਦਿੱਲੀ ਦੇ ਵਿੱਚ ਬਕਾਇਦਾ ਇੱਕ ਪੋਪੂਲਿਜ਼ਮ ਦੀ ਪੋਲਿਟਿਕਸ ਖੇਡੀ ਹੈ ਤੇ ਉਹਦੇ 'ਚ ਬੜੇ ਸਫਲ ਵੀ ਹੋਏ ਆ ਜੀ। ਇਸੇ ਕਰਕੇ ਦੂਜੀ ਵਾਰ ਲਗਾਤਾਰ ਉਹ ਜਿੱਤੇ ਵੀ ਹੈ। ਲੋਕ ਇਸ ਗੱਲ ਨੂੰ ਪਸੰਦ ਕਰਦੇ ਆ ਵੀ ਸਾਡਾ ਬਿਜਲੀ ਦਾ ਬਿੱਲ ਨਹੀਂ ਆਉਂਦਾ, ਜਾਂ ਸਾਨੂੰ ਜਿਹੜਾ ਹੈਲਥ ਦੀ ਜਿਹੜੀ ਕੋਈ ਪ੍ਰੋਬਲਮ ਹੈ ਤੇ ਸਾਰਿਆਂ ਲਈ ਇੱਕੋ ਜਿਹੀ ਹੈਲਥ ਹੈ। ਜਿਹੜੀ ਐਜੂਕੇਸ਼ਨ ਹੈ ਉਹ 'ਚ ਜੇ ਕਿਸੇ ਵੱਡੇ ਵਪਾਰੀ ਦਾ ਬੱਚਾ ਪੜ੍ਹਦਾ ਹੈ ਤੇ ਕਿਸੇ ਸਧਾਰਨ ਬੰਦੇ ਦਾ ਬੱਚਾ ਪੜ੍ਹਦਾ, ਇੱਕੋ ਸਕੂਲ 'ਚ ਪੜ੍ਹਦੇ ਆ। ਇਹ ਚੰਗੀਆਂ ਗੱਲਾਂ ਉਹਨਾਂ ਨੇ ਕੀਤੀਆਂ ਬਿਨਾਂ ਕੋਈ ਬਹੁਤੀਆਂ ਤਾਕਤਾਂ ਹੋਣ ਦੇ ਬਾਵਜੂਦ। ਪੂਰਾ ਸਟੇਟ ਨਹੀਂ ਹੈ। ਜੇ ਇਸ ਤਰ੍ਹਾਂ ਦਾ ਮਾਡਲ ਦਾ ਉਹ ਐਲਾਨ ਕਰਦੇ ਆ ਵੀ ਅਸੀਂ ਇਹ ਲੈ ਕੇ ਆਵਾਂਗੇ ਤੇ ਲੋਕ ਲਾਜ਼ਮੀ ਤੌਰ ਦੇ ਉੱਤੇ ਇਸ ਗੱਲ ਨੂੰ ਸਹੀ ਸਮਝਣਗੇ ਤੇ ਕੁਝ ਜਿਹੜੀ ਪਰਸੈਂਟੇਜ ਜਿਹੜੀ ਹੈ ਵੋਟ ਦੀ ਉਹਨਾਂ ਵੱਲ ਝੁਕ ਸਕਦੀ ਹੈ। ਪਰ ਮਸਲਾ ਇਹ ਹੈ ਕਿ ਤੁਸੀਂ ਚੀਫ ਮਿਨਿਸਟਰ ਦਾ ਜਿਹੜਾ ਚਿਹਰਾ ਜਿਹੜਾ ਨਾ ਲੋਕ ਉਮੀਦ ਕਰਦੇ ਹੁੰਦੇ ਆ ਵੀ ਜੇ ਆਮ ਆਦਮੀ ਪਾਰਟੀ ਆਉਂਦੀ ਹੈ ਸਰਕਾਰ 'ਚ ਚੀਫ ਮਿਨਿਸਟਰ ਕੌਣ ਹੋਏਗਾ। ਤੇ ਭਗਵੰਤ ਮਾਨ ਨੂੰ ਐਜ਼ ਏ ਚੀਫ ਮਿਨਿਸਟਰ ਦੇ ਕੈਂਡੀਡੇਟ ਜਿਹੜੇ ਆ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦੇ ਜੀ। ਭਗਵੰਤ ਮਾਨ ਦਾ ਜਿਹੜਾ ਸੰਗਰੂਰ ਵਾਲਾ ਹਲਕਾ ਆ ਜੀ, ਉੱਥੇ ਉਹਨਾਂ ਨੇ ਆਪਣੀ ਇੱਕ ਸਟੇਜ ਹੀ ਬਣਾਈ ਆ, ਭਾਵੇਂ 3 ਲੱਖ ਵੋਟ ਤਾਂ ਉੱਥੇ ਵੀ ਉਹਨਾਂ ਦੀ ਘਟ ਗਈ ਸੀ। ਪਹਿਲੀ ਵਾਰ ਜਦੋਂ ਜਿੱਤੇ ਅਸੀਂ 4 ਲੱਖ ਵੋਟਾਂ ਦੀ ਲੀਡ ਨਾਲ ਜਿੱਤੇ ਸੀ, ਜਦੋਂ ਪਿੱਛੇ ਜਿੱਤੇ ਆ ਤਾਂ 1 ਲੱਖ ਵੋਟਾਂ ਦੀ ਲੀਡ ਰਹਿ ਗਈ, 3 ਲੱਖ ਘਟ ਗਈ ਵੋਟ ਉੱਥੇ। ਪਰ ਮਸਲਾ ਇਹ ਹੈ ਕਿ ਕੀ ਖੁਦ ਕੇਜਰੀਵਾਲ ਆਪਣੇ ਆਪ ਨੂੰ ਦਿੱਲੀ ਤੋਂ ਵੱਖ ਕਰਕੇ ਦਿੱਲੀ ਦੀ ਕਮਾਨ ਮਨੀਸ਼ ਸਿਸੋਦੀਆ ਨੂੰ ਦੇਖ ਕੇ ਆਪਣੇ ਆਪ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਪੇਸ਼ ਕਰਕੇ ਪੰਜਾਬ ਦੇ ਵਿੱਚ ਲੜਨ ਲਈ ਤਿਆਰ ਨੇ ਜੀ। ਇਹ ਕੀ ਭਗਵੰਤ ਮਾਨ ਜਿਨ੍ਹਾਂ ਦੇ ਸੁਪਨਿਆਂ 'ਚ ਮੁੱਖ ਮੰਤਰੀ ਦੀ ਕੁਰਸੀ ਤੈਰ ਰਹੀ ਆ, ਉਹ ਇਸ ਗੱਲ ਨੂੰ ਪ੍ਰਵਾਨ ਕਰ ਲੈਣਗੇ? ਬੜੇ ਸੰਕਟ ਨੇ ਸਾਰੀਆਂ ਸਿਚੁਏਸ਼ਨ ਦੇ ਵਿੱਚ ਦੇਖਣ ਵਾਲੇ ਆ। ਪਰ ਉਹਦੇ ਬਾਵਜੂਦ ਲੋਕ ਨਿਰਾਸ਼ ਨੇ ਕਾਂਗਰਸ ਤੋਂ ਵੀ। ਕਾਂਗਰਸ ਨੂੰ ਮਜਬੂਰੀ 'ਚ ਉਹਨਾਂ ਨੇ ਉਹ ਵੋਟ ਕਰਦੇ ਨੇ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜੇ ਆ ਉਹ ਪੈਰਾਂ ਸਿਰ ਨਹੀਂ ਹੋ ਪਾਉਣਗੇ। ਆਮ ਆਦਮੀ ਪਾਰਟੀ ਦੀ ਕੁਝ ਪੋਜੀਸ਼ਨ ਬਣ ਸਕਦੀ ਹੈ, ਪਰ ਜੇ ਕੁਝ ਸਹੀ ਫੈਸਲੇ ਕਰਕੇ ਤੇ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਕਲੀਨ ਲੀਡਰਸ਼ਿਪ ਜਿਹੜੀ ਸਾਹਮਣੇ ਆਵੇ ਤੇ ਨਾਲ ਜਿਹੜਾ ਬਣ ਦੀ ਲੱਕੜੀ ਇਕੱਠੇ ਕਰਨ ਦਾ ਜਿਹੜਾ ਇਹਨਾਂ ਦਾ ਤਰੀਕਾ ਰਿਹਾ ਹੁਣ ਤੱਕ, ਉਹਦੇ ਤੋਂ ਸੁਚੇਤ ਹੋਇਆ ਜਾਏ ਤੇ ਆਪਣੀ ਆਈਡੀਓਲੋਜੀਕਲ ਜਿਹੜੀ ਇੱਕ ਜ਼ਮੀਨ ਹੈ ਉਹ ਸਪਸ਼ਟ ਕੀਤੀ ਜਾਏ। ਘੱਟੋ ਘੱਟ ਸੂਬਿਆਂ ਦੇ ਅਧਿਕਾਰਾਂ ਬਾਰੇ, ਪੰਜਾਬ ਬਾਰੇ ਵੀ ਅਰਵਿੰਦ ਕੇਜਰੀਵਾਲ ਦੀ ਕੋਈ ਬਹੁਤ ਵਧੀਆ ਪਾਲਿਸੀ ਨਹੀਂ ਰਹੀ। ਪੰਜਾਬ ਦੀ ਲੜਾਈ ਅਸੀਂ ਲਗਾਤਾਰ ਲੜਦੇ ਰਹੇ ਹਾਂ। ਸਤਲੁਜ ਯਮੁਨਾ ਲਿੰਕ ਦਾ ਇਸ਼ੂ ਆ, ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਆ, ਜਾਂ ਦਰਿਆਈ ਪਾਣੀਆਂ ਦਾ ਇਸ਼ੂ ਆ, ਉਹਦੇ ਤੇ ਇਹਨਾਂ ਦੀ ਨੀਤੀ ਬਿਲਕੁਲ ਵੀ ਸਪਸ਼ਟ ਨਹੀਂ ਹੈ। ਸੂਬਿਆਂ ਨੂੰ ਵਧੇਰੇ ਅਧਿਕਾਰਾਂ ਦੇ ਮਸਲੇ ਤੇ ਵੀ ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਕਈ ਵਾਰ ਬਿਹੇਵ ਜਿੱਦਾਂ ਦਾ ਕਰਦੇ ਉਹ ਬੀਜੇਪੀ ਵਾਲੇ ਕਰਦੇ ਆ ਜੀ। ਵੱਡੀ ਮਿਸਾਲ ਤਾਂ ਇਹ ਹੈ ਵੀ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਤੀ, 35 ਖਤਮ ਕਰ ਦਿੱਤੀ। ਜੰਮੂ ਕਸ਼ਮੀਰ ਦੇ 3 ਟੋਟੇ ਕਰਤੇ ਸਰਕਾਰ ਨੇ, ਨਰਿੰਦਰ ਮੋਦੀ ਸਰਕਾਰ ਨੇ। ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ਤੇ ਨਰਿੰਦਰ ਮੋਦੀ ਦੀ ਹਮਾਇਤ ਕੀਤੀ। ਔਰ ਜਦੋਂ ਆਪਣੀ ਦਿੱਲੀ 'ਚ ਪ੍ਰੋਬਲਮ ਆਈ ਹੈ ਤਾਂ ਰੋਂਦੇ ਫਿਰਦੇ ਆ ਵੀ ਕੱਲ ਕੀ ਕਿਹਾ ਅਰਵਿੰਦ ਕੇਜਰੀਵਾਲ ਕਹਿੰਦਾ ਮੈਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਦੇ ਪੈਰਾਂ 'ਚ ਬੈਠਣ ਨੂੰ ਤਿਆਰ ਹੈ ਕਿ ਸਾਡਾ ਹੱਕ ਨਾ ਖੋ। ਆਪਣੇ ਲਈ ਇਹ ਗੱਲ ਕਹਿ ਰਹੇ ਆ ਕਿ ਜੰਮੂ ਕਸ਼ਮੀਰ ਦੇ ਮਾਮਲੇ ਤੇ ਹਮਾਇਤ ਕੀਤੀ। ਸੋ ਜਿੰਨੀ ਦੇਰ ਤੱਕ ਕਨਾਇਤ ਹੀ ਨਹੀਂ ਕਰਦੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਜਿਹੜੇ ਮਸਲੇ ਉਹਨਾਂ ਤੇ ਤੁਹਾਡੀ ਪਹੁੰਚ ਕੀ ਹੈ, ਅਪਰੋਚ ਕੀ ਹੈ, ਉਨੀ ਦੇਰ ਤੱਕ ਕੋਈ ਵੱਡੇ ਕੋਈ ਜਿੱਤ ਵੱਲ ਕੋਈ ਉਹ ਵੱਧ ਜਾਣਗੇ, ਇਹਦੀ ਸੰਭਾਵਨਾ ਬਹੁਤ ਘੱਟ ਹੈ ਜੀ। ਸਾਹਿਬ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਦੇ ਪ੍ਰੋਗਰਾਮ 'ਚ ਆਪਣੀ ਫਿਰ ਗੱਲਬਾਤ ਹੋਏਗੀ। ਥੈਂਕ ਯੂ ਸੋ ਮਚ ਸਮਾਂ ਦੇਣ ਦਾ। ਆਪਣਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ। ਸ਼ੁਕਰੀਆ ਜੀ, ਮਿਹਰਬਾਨੀ। ਸਟੀਵਨ ਫਰਨੀਚਰ ਸਟੀਲ ਟਾਰਮ ਦੇ ਬਿਲਕੁਲ ਕੋਨੇ ਤੇ ਹੈ। 905 790 0560। ਕਿਤੇ ਵੀ ਤੁਸੀਂ ਹੋਰ ਜਾਣ ਤੋਂ ਪਹਿਲਾਂ
ਫਰਨੀਚਰ ਖਰੀਦਣਾ ਹੈ ਤਾਂ ਸਟੀਵਨ ਫਰਨੀਚਰ ਤੇ ਇੱਕ ਚੱਕਰ ਜ਼ਰੂਰ ਮਾਰੋ, ਫਿਰ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ। 905 790 0560 ਤੇ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਜਸਵੀਰ ਭਾਜੀ ਨੇ। ਭਾਈ ਸਤਿ ਸ਼੍ਰੀ ਅਕਾਲ ਜੀ। ਆਨ ਥੈਂਕ ਯੂ ਬਾਪਾ ਜੀ। ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਭਾਜੀ? ਠੀਕ ਠਾਕ? ਬਹੁਤ ਵਧੀਆ ਜੀ, ਬਹੁਤ ਵਧੀਆ। ਦਿਨ ਸੋਹਣੇ ਆ ਗਏ ਜੀ, ਬਹੁਤ ਵਧੀਆ। ਬਾਹਰ ਬਹੁਤ ਵਧੀਆ ਦਿਨ ਹੈ ਜੀ। ਨਾਲ ਨਾਲ ਫਿਰ ਦਿਨਾਂ ਦਾ ਫਾਇਦਾ ਵੀ ਲੈਣਾ ਚਾਹੀਦਾ, ਬਿਲਕੁਲ। ਕਿਉਂਕਿ ਬੜੇ ਲੰਬੇ ਸਮੇਂ ਤੁਹਾਨੂੰ ਪਤਾ ਵੀ ਲਾਕਡਾਊਨ ਰਿਹਾ ਤੇ ਹੁਣ ਲਾਕਡਾਊਨ ਖੁੱਲ ਚੁੱਕਾ, ਸਟੀਵਨ ਫਰਨੀਚਰ ਵੀ ਖੁੱਲ ਚੁੱਕਾ ਜੀ। ਤੇ ਲੌਂਗ ਵੀਕਐਂਡ ਵੀ ਆ ਰਿਹਾ। ਹਾਂਜੀ ਹਾਂਜੀ, ਬਿਲਕੁਲ। ਗੁੱਡ ਫਰਾਈਡੇ ਆ ਰਿਹਾ ਪਹਿਲਾ ਤੇ- ਗੁੱਡ ਫਰਾਈਡੇ ਜੀ। ਜੀ। ਤੇ ਕਿਹੜੀ ਸੇਲ ਜਿਹੜੀ ਤੁਸੀਂ ਫਰਨੀਚਰ ਦੇ ਉੱਤੇ ਲਾਉਣੀ ਸ਼ੁਰੂ ਕਰਤੀ ਹੁਣ ਤੋਂ? ਬਿਲਕੁਲ। ਜਦੋਂ ਗੁੱਡ ਫਰਾਈਡੇ ਆ ਰਿਹਾ ਤਾਂ ਗੁੱਡ ਫਰਾਈਡੇ ਦਾ ਪੂਰਾ ਜਿਹੜਾ ਇੱਕ ਉਸ ਦਾ ਫਾਇਦਾ ਉਠਾਉਣਾ ਬਣਦਾ ਆਪਣਾ ਜੀ। ਐਂਡ ਫਾਇਦਾ ਤਾਂ ਹੀ ਉਠਾਇਆ ਜਾਏਗਾ ਕਿ ਜੇ ਫਰਨੀਚਰ ਦੀ ਕੋਈ ਸ਼ਾਪਿੰਗ ਕਰਨੀ ਹੈ ਤੇ ਉਹਦੇ ਉੱਤੇ ਕਾਫੀ ਵੱਡਾ ਡਿਸਕਾਊਂਟ ਮਿਲੇ ਜੀ। ਤੇ ਨਾਲ ਦੀ ਨਾਲ ਵਧੀਆ ਫਰਨੀਚਰ ਜਿਹੜਾ ਉਹ ਘਰੇ ਲੈ ਕੇ ਜਾਣ ਆਪਣੇ ਦਰਸ਼ਕ ਜਿੰਨੇ ਵੀ ਇਸ ਟਾਈਮ ਟੀਵੀ ਪ੍ਰੋਗਰਾਮ ਦੇਖ ਰਹੇ ਆ। ਫਰਨੀਚਰ ਜਿਹੜਾ ਬਹੁਤ ਭਾਜੀ ਜਿਹੜੀਆਂ ਆਈਟਮਸ ਨੇ, ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਆਈਟਮ ਹੁੰਦੀ ਹੈ ਉਹ ਕਿਚਨ ਦੇ ਵਿੱਚ ਕਿਚਨ ਟੇਬਲ ਦੀ ਹੈ। ਸੋ ਜੀ। ਕਿਚਨ ਟੇਬਲ ਦੀ ਵੈਰਾਈਟੀ ਬਹੁਤ ਹੀ ਵੱਡੀ ਆਪਣੇ ਕੋਲ ਪਹੁੰਚੀ ਹੈ ਸ਼ਿਪਮੈਂਟ। ਉਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਕਿਚਨ ਟੇਬਲ ਹੈ। ਜੀ। ਤੁਸੀਂ ਰਾਊਂਡ ਟੇਬਲ ਦੇਖ ਰਹੇ ਹੋ, ਰੈਕਟੈਂਗੂਲਰ ਟੇਬਲ ਦੇਖ ਰਹੇ ਹੋ, ਜਾਂ ਵੁੱਡ ਦੇ ਵਿੱਚ ਹੈ, ਜਾਂ ਤੁਸੀਂ ਮਾਰਬਲ ਦੇ ਨਾਲ ਦੇਖ ਰਹੇ ਹੋ, ਜਾਂ ਤੁਸੀਂ ਕਿਸੇ ਰੈਕਟੈਂਗੂਲਰ ਸ਼ੇਪ ਦੇ ਵਿੱਚ ਕਾਊਂਟਰ ਹਾਈਟ ਦੇਖ ਰਹੇ ਹੋ। ਸੋ ਹਰ ਇੱਕ ਤਰ੍ਹਾਂ ਦੀ ਸ਼ਿਪਮੈਂਟ ਪਹੁੰਚੀ ਹੈ। ਸੋ ਇਸ ਦੇ ਉੱਤੇ ਜਿਹੜਾ ਡਿਸਕਾਊਂਟ ਦਿੱਤਾ ਜਾਣਾ ਹੈ ਉਹ ਘੱਟ ਤੋਂ ਘੱਟ ਜਿਹੜੀਆਂ ਪ੍ਰਾਈਸਾਂ ਨੇ ਉਹ ਕਰਕੇ ਰੱਖਿਆ ਹੋਇਆ। ਤਕਰੀਬਨ 25% ਤੋਂ ਲੈ ਕੇ ਜਿਹੜਾ ਹੈਗਾ ਇਹ 50% ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ। ਸੋ ਇਸ ਤਰ੍ਹਾਂ ਹੀ ਆਪਣੇ ਕੋਲ ਫੈਮਿਲੀ ਰੂਮ ਦੇ ਜਿਹੜੇ ਸੋਫਾ ਸੈਟਸ ਨੇ ਉਹ ਵੀ ਆਪਣੇ ਕੋਲ ਬੜੀ ਡਿਫਰੈਂਟ ਵੈਰਾਈਟੀ ਜਿਹੜੀ ਸੈਕਸ਼ਨਲ ਸੋਫਾ ਸੈੱਟ ਹੋਵੇ, ਚਾਹੇ ਰਿਕਲਾਈਨਰ ਸੋਫਾ ਸੈਟਸ ਨੇ ਜਿਸ ਦੇ ਵਿੱਚ ਬੜੇ ਮਲਟੀ ਫੰਕਸ਼ਨ ਦੇ ਨਾਲ ਅੱਜ ਕੱਲ੍ਹ ਜਿਹੜੇ ਆਏ ਹੋਏ ਆ। ਜੈਨੂਅਨ ਲੈਦਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਜਾਂ 에ਅਰ ਲੈਦਰ, ਜਾਂ ਕੋਈ ਜੈਲ ਲੈਦਰ, ਕਿਸੇ ਤਰ੍ਹਾਂ ਦੀ ਫੈਬਰਿਕ ਦੇ ਵਿੱਚ ਉਹਦੇ ਉੱਤੇ ਤੁਹਾਨੂੰ 40% ਤੋਂ ਲੈ ਕੇ 60% ਤੱਕ ਦਾ ਜਿਹੜਾ ਉਹ ਡਿਸਕਾਊਂਟ ਮਿਲਣਾ ਜੀ। ਇਸ ਨਾਲ ਬਹੁਤ ਸਾਰੇ ਲੋਕ ਜਦੋਂ ਫਰਨੀਚਰ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਨੂੰ ਕੀ ਕੁਝ ਚਾਹੀਦਾ ਹੈ ਨਾ ਜੀ। ਤੇ ਜੇ ਕਿਸੇ ਨੇ ਕਸਟਮ ਮੇਡ ਫਰਨੀਚਰ ਬਣਾਉਣਾ ਜੀ। ਤੇ ਉਹਦੀਆਂ ਫੈਸਿਲਿਟੀਆਂ ਵੀ ਹੈਗੀਆਂ ਆਪਣੇ ਕੋਲ? ਡੈਫੀਨੇਟਲੀ ਤੁਹਾਨੂੰ ਪਤਾ ਜੀ ਬਹੁਤ ਲੰਬੇ ਅਰਸੇ ਤੋਂ ਆਪਾਂ ਫਰਨੀਚਰ ਦੀ ਮਾਰਕੀਟ 'ਚ ਜੀ। ਤੇ ਆਪਣੇ ਕੋਲ ਬਹੁਤ ਸਾਰੇ ਸੋਰਸਿਸ ਹੈਗੇ ਆ ਜਿਹੜੇ ਕਸਟਮਾਈਜ਼ ਫਰਨੀਚਰ ਤਿਆਰ ਕਰਵਾ ਕੇ ਆਪਣੇ ਦਰਸ਼ਕਾਂ ਵਾਸਤੇ ਦੇਈਦਾ। ਸੋ ਬਹੁਤ ਐਪਰੀਸ਼ੀਏਟ ਵੀ ਕਰਦੇ ਆ। ਚਾਹੇ ਤੁਸੀਂ ਕੋਈ ਸੈਕਸ਼ਨਲ ਸੋਫਾ ਸੈੱਟ ਬਣਾਉਣਾ ਹੈ ਯੂ ਸ਼ੇਪ ਜਾਂ ਐਲ ਸ਼ੇਪ ਦੇ ਵਿੱਚ, ਤੇ ਜਾਂ ਤੁਸੀਂ ਆਪਣੇ ਮਨਪਸੰਦ ਦਾ ਕੋਈ ਬੈੱਡਰੂਮ ਸੈੱਟ ਜਿਹੜਾ ਹੈਗਾ ਆਪਣੇ ਬੈੱਡਰੂਮ ਦੇ ਅਕੋਰਡਿੰਗ 2 ਡੋਰ ਜਾਂ 4 ਡੋਰ ਆਰਮਰ ਬਣਾਉਣੀ ਹੈ, ਜਾਂ ਕਿੰਗ ਸਾਈਜ਼ ਦੇ ਅੱਜ ਕੱਲ੍ਹ ਬਹੁਤ ਭਾਜੀ ਇੱਕ ਮੈਂ ਇੱਥੇ ਦੱਸਣਾ ਚਾਹੁੰਦਾ, ਕਿੰਗ ਸਾਈਜ਼ ਦੇ ਬੈੱਡ ਜਿਹੜੇ ਉਹ ਸਟੈਂਡਰਡ ਬੈੱਡ ਨੇ, ਬਟ ਅੱਜ ਕੱਲ੍ਹ ਜਿਹੜੇ ਬੱਚੇ ਆ ਟੀਨੇਜਰ ਕਾਫੀ ਉਹਨਾਂ ਦੀ ਹਾਈਟ ਕਈ ਲੰਬੀ ਹਾਈਟ ਹੋ ਰਹੀ ਹੈ। ਸੋ ਬਹੁਤ ਸਾਰੀਆਂ ਕਾਲਸ ਆਉਂਦੀਆਂ। ਅਸੀਂ ਐਕਸਟਰਾ ਲੈਂਥ ਦੇ ਵਿੱਚ ਜਿਹੜਾ ਜਿਹਨੂੰ ਕੈਲੀਫੋਰਨੀਆ ਕਿੰਗ ਸਾਈਜ਼ ਬੈੱਡ ਕਹਿੰਦੇ ਆ, ਉਹ ਆਮ ਜਿਹੜੇ ਆਪਣੇ ਕੈਨੇਡੀਅਨ ਬੈੱਡ ਦੇ ਨਾਲੋਂ ਉਹਦੀ ਲੈਂਥ ਜਿਹੜੀ ਉਹ ਲੰਬੀ ਹੁੰਦੀ ਹੈ। ਸੋ ਉਹ ਵੀ ਤਿਆਰ ਕਰਕੇ ਦੇਈਦਾ। ਸੋ ਕਿਸੇ ਆਪਣੇ ਦਰਸ਼ਕ ਨੂੰ ਚਾਹੀਦਾ ਹੋਵੇ ਕੈਲੀਫੋਰਨੀਆ ਲੈਂਥ ਦੇ ਵਿੱਚ ਬੈੱਡ, ਤੇ ਉਹ ਵੀ ਕਸਟਮਾਈਜ਼ ਸੋਲਿਡ ਵੁੱਡ ਦੇ ਵਿੱਚ ਤਿਆਰ ਕਰਕੇ ਦੇਈਦਾ। ਹੋਰ ਕਿਹੜੀ ਆਈਟਮਾਂ ਨੇ ਗੁੱਡ ਫਰਾਈਡੇ ਵਾਲੇ ਲੌਂਗ ਵੀਕਐਂਡ ਦੇ ਉੱਤੇ ਜਿਹੜੀ ਸੇਲ ਹੁਣ ਤੋਂ ਸ਼ੁਰੂ ਹੈ? ਹਾਂਜੀ। ਤੇ ਹੋਰ ਕਿਹੜੀ ਆਈਟਮ? ਆਪਣੇ ਕੋਲ ਜਿਹੜੇ ਬੈੱਡਰੂਮ ਸੈੱਟ ਆਏ ਆ, ਬੈੱਡਰੂਮ ਸੈੱਟ ਦੇ ਵਿੱਚ ਅਸੀਂ ਜਿਹੜੀ ਪ੍ਰਾਈਸ ਰੱਖੀ ਹੈ, ਸਪੈਸ਼ਲ ਪ੍ਰਾਈਸ ਤਾਂ ਰੱਖੀ ਹੋਈ ਹੈ। ਉਹਦੇ ਨਾਲ ਇੱਕ ਬੈੱਡਰੂਮ ਤੁਸੀਂ ਸੈੱਟ ਬਾਏ ਕਰਦੇ ਹੋ ਤੇ ਦੂਸਰਾ ਬੈੱਡਰੂਮ ਸੈੱਟ ਜਿਹੜਾ ਹੈਗਾ ਤੁਹਾਨੂੰ ਉਹਦੇ ਉੱਤੇ ਐਕਸਟਰਾ ਜਿਹੜਾ 20% ਡਿਸਕਾਊਂਟ ਦਿੱਤਾ ਜਾਏਗਾ। ਹਾਂਜੀ। ਸੋ ਇਸ ਤਰ੍ਹਾਂ ਹੀ ਜੇ ਮੈਟਰਸ ਨੇ, ਜਿਹੜੇ ਮੈਟਰਸ ਸੈੱਟ ਜੇ ਬਾਏ ਕਰਦੇ ਆ ਆਪਾਂ, ਤੇ ਮੈਟਰਸ ਦੀ ਜਿਹੜੀ ਪ੍ਰਾਈਸ ਆ ਉਹ ਤੁਹਾਨੂੰ ਲੋਐਸਟ ਪ੍ਰਾਈਸ ਦੇ ਉੱਤੇ ਲਿਸਟ ਹੋਇਆ ਹੋਏਗਾ 899 ਵਾਲਾ ਜਿਹੜਾ ਤਕਰੀਬਨ 399 ਦੇ ਵਿੱਚ। ਸੋ ਉਹਦੇ ਉੱਤੇ ਤੁਹਾਨੂੰ ਸੈਕੰਡ ਮੈਟਰਸ ਜਿਹੜਾ ਹੈਗਾ ਉਹ ਵੀ ਹਾਫ ਪ੍ਰਾਈਸ ਦੇ ਉੱਤੇ ਮਿਲਾਂਗੇ। ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਜਸਵੀਰ ਸਿੰਘ ਹੋਣਾ ਦੇ ਨਾਲ ਸਟੀਵਨ ਫਰਨੀਚਰ ਦੇ ਉੱਤੇ, ਜੋ ਕਿ ਸਟੀਲ ਅਤੇ ਟਾਰਬਰਨ ਦੇ ਬਿਲਕੁਲ ਕੋਨੇ ਤੇ ਹੈ। 905 790 0560 905 790 0560। ਕਿਸੇ ਵਿਅਕਤੀ ਨੇ ਫਰਨੀਚਰ ਲੈਣਾ ਜੀ ਤੇ ਕੰਮ ਸਲੋ ਹੋਣ ਕਰਕੇ ਕੋਈ ਪੈਸੇ ਨਹੀਂ ਹੈਗੇ ਜੀ, ਤਾਂ ਉਹਨੂੰ ਫਰਨੀਚਰ ਫਿਰ ਦੇ ਦਿੰਦੇ ਤੁਸੀਂ? ਡੈਫੀਨੇਟਲੀ ਜੀ। ਸਟੋਰ ਤੇ ਜਿਹੜਾ ਆ ਗਿਆ ਇੱਕ ਵਾਰੀ ਉਹ ਫਰਨੀਚਰ ਲੈ ਕੇ ਜਾਏਗਾ ਜੀ। ਪੈਸੇ ਨਹੀਂ ਹੈਗੇ, ਪੈਸਿਆਂ ਦਾ ਪ੍ਰਬੰਧ ਹੈਗਾ ਜੀ। ਬਿਲਕੁਲ ਸਟੋਰ ਦੇ ਉੱਤੇ ਹੀ ਆਪਣੀ ਫਾਈਨੈਂਸਿੰਗ ਕਰਵਾ ਕੇ ਦੇਈਦੀ, ਜਿਸ ਦੇ ਵਿੱਚ ਤੁਹਾਨੂੰ ਕੋਈ ਪੇਮੈਂਟ ਵੀ ਨਹੀਂ ਕਰਨੀ ਹੁੰਦੀ, ਕੋਈ ਇੰਟਰਸਟ ਵੀ ਨਹੀਂ ਪੈਣਾ। ਸੋ ਬਿਲਕੁਲ ਜਿਹੜੀ ਹੈ ਇਹ ਫੈਸਿਲਿਟੀ ਜਿਹੜੀ ਰਾਈਟ ਔਨ ਸਟੀਵਨ ਫਰਨੀਚਰ ਦੇ ਸਟੋਰ ਦੇ ਉੱਪਰ ਤੁਹਾਨੂੰ ਮਿਲਦੀ ਹੈ। ਕੋਈ ਪੇਮੈਂਟ ਨਹੀਂ, ਕੋਈ ਇੰਟਰਸਟ ਨਹੀਂ। ਆਓ ਫਰਨੀਚਰ ਪਸੰਦ ਕਰੋ, ਜਿਹੜੀ ਹੈਗੀ ਹੈ ਉਹ ਡਿਲੀਵਰੀ ਤੁਹਾਨੂੰ ਹੋਮ ਡਿਲੀਵਰੀ ਐਬਸੋਲੂਟਲੀ ਉਹ ਵੀ ਫ੍ਰੀ ਕਰਕੇ ਦਿੱਤੀ ਜਾਂਦੀ ਹੈ। ਕਿੰਨਾ ਕੁ ਟਾਈਮ ਫਰੇਮ ਹੁੰਦਾ ਪੈਸੇ ਪੇਮੈਂਟ ਕਰਨ ਨੂੰ ਵਾਪਸ?
ਇਹ ਸਾਡੇ ਕੋਲ ਡਿਫਰੈਂਟ ਟਰਮਸ ਨੇ ਬਾਬਾ ਜੀ। ਜੀ। ਜੇ ਤੁਸੀਂ ਲੌਂਗ ਟਰਮ ਵਿੱਚ ਜਾਣਾ ਹੈ ਤੇ ਤੁਸੀਂ 5 ਸਾਲ ਤੱਕ ਜਿਹੜਾ ਹੈਗਾ Okay. ਉਹ ਫਰਨੀਚਰ ਫਾਈਨੈਂਸ ਕਰਵਾ ਸਕਦੇ ਹੋ। That's ਛੋਟੀ ਛੋਟੀਆਂ ਆਸਾਨ ਕਿਸ਼ਤਾਂ $50 ਜਾਂ $100 ਜਾਂ ਡਿਪੈਂਡ ਔਨ ਦ ਅਮਾਊਂਟ ਕਿੰਨਾ ਕਿ ਤੇ ਉਹਦੇ ਵਿੱਚ ਉਹਦੀ ਕਿਸ਼ਤ ਬਣਾ ਦਈਦੀ ਤੇ ਉਹ ਤੁਸੀਂ ਸਲੋਲੀ ਤੁਸੀਂ ਉਹ ਪੇ ਕਰੀ ਜਾਓ ਜੀ 905 790 0560 905 790 0560 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਜੇ ਹੁਣ ਕੋਈ ਵਿਅਕਤੀ ਨੇ ਫਰਨੀਚਰ ਲੈ ਲਿਆ ਤੇ ਕਿਹੜੇ ਏਰੀਏ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਹੈ? ਡਿਲੀਵਰੀ ਦਾ ਜਿਹੜਾ ਸਕੇਜੂਲ ਕੀਤਾ ਜਾਂਦਾ ਜੀ, ਜਿਹੜਾ ਆਪਣਾ GTA ਏਰੀਆ ਹੈ ਸਾਰਾ, ਉਹਦੇ ਵਿੱਚ ਐਬਸੋਲੂਟਲੀ ਜਿਹੜੀ ਹੈ ਹੋਮ ਡਿਲੀਵਰੀ ਫ੍ਰੀ ਕਰਕੇ ਦਿੱਤੀ ਜਾਂਦੀ ਜੀ। ਸੋ ਆਪਣੇ ਕੋਈ ਵੀ ਜਿਹੜੇ ਦਰਸ਼ਕ ਨੇ ਉਹ ਜੇ ਦੂਰ ਦਰੇੜੇ ਵੀ, ਜਿਸ ਤਰ੍ਹਾਂ ਹੁਣ ਆਊਟ ਆਫ ਟਾਊਨ ਮੌਂਟਰੀਅਲ, ਇੱਧਰ ਆਪਣੇ ਵਿੰਜ਼ਰ ਦੇ ਵੱਲ ਹੈ, ਸੋ ਕਾਫੀ ਸਾਰੇ ਜਿਹੜੇ ਏਰੀਏ ਨੇ ਇਹਦੇ ਵਿੱਚ ਵੀ ਡਿਲੀਵਰੀ ਅਰੇਂਜ ਕਰਕੇ ਦਿੱਤੀ ਜਾਂਦੀ ਹੈ। ਜੋ ਮਿਨੀਮਮ ਚਾਰजेस ਹੁੰਦੇ ਆ ਉਹਦੇ ਤੇ ਵਰਕ ਕਰੀਦਾ ਜੀ। ਹੁਣ ਜਾਂਦੇ ਇੱਕ ਜ਼ਰੂਰ ਕਰੋ ਕਿ ਕੁਝ ਆਈਟਮ ਇਹੋ ਜਿਹੇ ਹੋਣਗੀਆਂ ਫਲੋਰ ਦੇ ਉੱਤੇ ਤੁਹਾਡੇ ਕੋਲ ਜੀ ਬਈ ਕੋਈ ਵਿਅਕਤੀ ਆਉਂਦਾ ਕਿ ਆ 2000 ਦੀ ਹੈਗੀ ਆ ਜੀ। ਤੇ ਮੈਂ ਤਾਂ ਇੰਨੇ ਕੁ ਅਫੋਰਡ ਕਰ ਸਕਦਾ, ਤੁਹਾਡੇ ਵਾਸਤੇ ਉਹ ਰੀਜ਼ਨੇਬਲ ਆਫਰ ਜਿਹੜੀ ਫਿੱਟ ਬਹਿੰਦੀ ਹੈ, ਠੀਕ ਆ? ਤੇ ਕੀ ਇਦਾਂ ਵੀ ਕੋਈ ਆਈਟਮ ਲੈ ਕੇ ਜਾ ਸਕਦਾ? ਬਿਲਕੁਲ। ਜਿਹੜੀ ਫਲੋਰ ਮਾਡਲ ਆਈਟਮ ਹੈ ਉਹਦੇ ਉੱਤੇ ਜਿਹੜੀ ਹੈ ਕੋਈ ਰੀਜ਼ਨੇਬਲ ਆਫਰ, ਜਿੱਦਾਂ ਤੁਸੀਂ ਕਿਹਾ, ਕੋਈ ਰਿਫਿਊਜ਼ ਨਹੀਂ ਹੋਏਗੀ। ਉਹ ਐਜ਼ ਲੌਂਗ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਤੇ ਤੁਸੀਂ ਲਿਜਾ ਸਕਦੇ ਹੋ, ਉਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ। ਪਿਛਲੇ ਹਫਤੇ ਕਿਸੇ ਦਾ ਫੋਨ ਆਇਆ ਜੀ, ਕਹਿੰਦੇ ਜੀ ਗੁੱਡ ਫਰਾਈਡੇ ਜਿਹੜਾ ਨਾ ਇੱਕ ਛੁੱਟੀ ਮਾਰੀ ਗਈ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਗੁੱਡ ਫਰਾਈਡੇ ਸੰਡੇ ਨੂੰ ਆ ਰਿਹਾ। ਜੀ ਜੀ। ਵੀ ਜਿਹੜੀ ਗੁੱਡ ਫਰਾਈਡੇ ਹੋਇਆ ਸੰਡੇ ਨੂੰ ਕਿੱਦਾਂ ਆ ਜਾਊਗਾ ਉਹ? ਉਹ ਲੌਂਗ ਵੀਕਐਂਡ ਗਿਣ ਲੈਂਦੇ ਜੀ, ਕਿਉਂਕਿ ਫਰਾਈਡੇ ਤੋਂ ਲੈ ਕੇ ਫਿਰ ਮੰਡੇ ਤੱਕ ਲੌਂਗ ਵੀਕਐਂਡ ਹੀ ਚੱਲਦਾ ਜੀ, ਉਹਨੂੰ ਗੁੱਡ ਫਰਾਈਡੇ ਗਿਣਦੇ ਆਪਾਂ। ਸੋ ਤੁਸੀਂ ਵੀ ਇਹ ਸੇਲ ਦਾ ਫਾਇਦਾ ਉਠਾਓ। ਸਟੀਲ ਟਰਮ ਦੇ ਬਿਲਕੁਲ ਕੋਨੇ ਤੇ ਪਹੁੰਚੋ। 905 790 0560 905 790 0560। ਜਾਂਦੇ ਭਾਜੀ ਆਪਣੀ ਵੈਬਸਾਈਟ ਬਾਰੇ ਜਾਣਕਾਰੀ ਦੇ ਦਿਓ ਜੀ। ਸਟੀਵਨ ਫਰਨੀਚਰ ਦੀ ਵੈਬਸਾਈਟ ਹੈ ਜੀ www.stevensfurnitureltd.com ਤੇ ਟੈਲੀਫੋਨ ਨੰਬਰ ਜੀ 905 790 0560 ਜੀ। ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਨੋ ਪ੍ਰੋਬਲਮ ਭਾਜੀ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਧੰਨਵਾਦ। ਇਹ ਸਨ ਜਸਵੀਰ ਸਿੰਘ ਸਟੀਵਨ ਫਰਨੀਚਰ ਤੋਂ। ਸਟੀਲ ਟਰਮ ਦੇ ਬਿਲਕੁਲ ਕੋਨੇ ਤੇ 905 790 0560 905 790 0560 ਤੇ ਤੁਸੀਂ ਕਾਲ ਕਰ ਸਕਦੇ ਹੋ। ਕਾਲ ਨਹੀਂ ਕਰਨੀ ਤਾਂ ਜਾ ਕੇ ਪਹੁੰਚੋ। ਸਟੀਵਨ ਫਰਨੀਚਰ ਸਟੀਲ ਟਰਮ ਦੇ ਬਿਲਕੁਲ ਕੋਨੇ ਤੇ ਹੈ। ਇਹ ਜਾ ਕੇ ਇਹ ਸੇਲ ਦਾ ਤੁਸੀਂ ਫਾਇਦਾ ਉਠਾਓ। ਸਾਂਝਾ ਪੰਜਾਬ ਦਾ ਨਾਮ ਲੈਣ ਤੇ ਤੁਹਾਨੂੰ ਹੋਰ ਸਪੈਸ਼ਲ ਡਿਸਕਾਊਂਟ ਵੀ ਮਿਲ ਸਕਦਾ। 905 790 0560 ਨੰਬਰ ਹੈ। ਇਸ ਤਰ੍ਹਾਂ ਦੱਸ ਦਈਏ ਕਿ 1546 ਕੇਸ ਪਿਛਲੇ 24 ਘੰਟਿਆਂ 'ਚ ਕਰੋਨਾ ਵਾਇਰਸ ਦੇ ਅੰਟਾਰੀਓ 'ਚ ਆਏ ਨੇ। 465 ਟੋਰਾਂਟੋ ਦੇ ਵਿੱਚ, 329 ਪੀਲ ਦੇ ਵਿੱਚ, 161 ਯਾਰਕ ਦੇ ਵਿੱਚ ਤੇ 32,600 ਟੋਟਲ ਟੈਸਟ ਹੋਏ ਸਨ। ਤੇ ਇੱਕ ਵਿਅਕਤੀ ਆਪਣਾ ਜੂਲਰੀ ਸਟੋਰ ਵਾਲਾ ਜਿਹੜਾ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਮਿਲੀਅਨਸ ਡਾਲਰ ਦਾ ਲੋਕਾਂ ਨੂੰ ਧੋਖਾ ਕੀਤਾ ਸੀ। ਉਹ ਇੰਡੀਆ ਨੂੰ ਜਾਣ ਵਾਸਤੇ ਫ੍ਰੀ ਟਿਕਟ ਦੇ ਲਾਲਚ ਦੇ ਵਿੱਚ ਲੋਕਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਕਿ ਮੇਰਾ ਤੁਸੀਂ ਸੋਨਾ ਲੈ ਜਾਓ, ਮੈਂ ਤੁਹਾਨੂੰ ਫ੍ਰੀ ਟਿਕਟ ਦੇ ਸਕਦਾ ਹਾਂ। ਇਹੋ ਜਿਹੇ ਲਾਲਚ ਤੋਂ ਬਚਿਆ ਕਰੋ ਤੇ ਤੁਸੀਂ ਕਿਤੇ ਨਾ ਕਿਤੇ ਫਸ ਸਕਦੇ ਹੋ, ਕਿਉਂਕਿ ਤੁਸੀਂ ਸੋਨਾ ਲੈ ਕੇ ਜਾਂਦੇ ਹੋ, ਲਾਇਬਿਲਿਟੀ ਤੁਹਾਡੀ ਹੈ। ਬਿਲਕੁਲ ਆਪਣਾ ਸਹੀ ਤਰੀਕੇ ਦੇ ਨਾਲ ਆਪਣਾ ਤੁਸੀਂ ਟਿਕਟ ਲੈ ਕੇ ਜਾਓ। ਕੋਈ ਕੁਝ ਵੀ ਫ੍ਰੀ ਨਹੀਂ ਹੁੰਦਾ ਹੈ, ਕਿਤੇ ਨਾ ਕਿਤੇ ਕੁਝ ਹੁੰਦਾ, ਬਟ ਬੈਟਰ ਤੁਸੀਂ ਇਹੋ ਜਿਹੇ ਧੋਖੇਬਾਜ਼ ਲੋਕਾਂ ਤੋਂ ਜ਼ਰੂਰ ਬਚਿਆ ਕਰੋ। ਇੱਕ ਜੂਲਰੀ ਸਟੋਰ ਵਾਲਾ ਪੁਲਿਸ ਨੇ ਚਾਰਜ ਕੀਤਾ ਹੈ। ਪੂਰੀ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਕੋਈ ਵੀ ਗੱਲ ਕਰਨੀ ਤਾਂ 416 419 7777 416 419 7777। ਆਪਣਾ ਧਿਆਨ ਰੱਖੋ, ਦੂਜਿਆਂ ਦਾ ਧਿਆਨ ਰੱਖੋ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।